ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਅੱਜ ਦਾ ਇਹ ਐਪੀਸੋਡ ਲੈ ਕੇ ਹਾਜ਼ਰ ਹਾਂ US ਇਮੀਗ੍ਰੇਸ਼ਨ ਐਂਡ ਪੋਲੀਟਿਕਸ। ਸਾਡੇ ਸਪੈਸ਼ਲਿਸਟ ਹੁੰਦੇ ਆ ਅਮਰੀਕਾ ਦੇ ਉੱਘੇ ਵਕੀਲ ਸਰਦਾਰ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾ। ਜਸਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰਦਾਰ ਜਸਪ੍ਰੀਤ ਸਿੰਘ ਜੀ, ਆਪਾਂ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਇਮੀਗ੍ਰੇਸ਼ਨ ਦੇ ਜਿੱਥੇ ਆਪਾਂ ਸਵਾਲ ਜਵਾਬ ਕਰਦੇ ਹਾਂ, ਉਸ ਦੇ ਨਾਲ US ਪੋਲੀਟਿਕਸ ਬਾਰੇ ਵੀ ਗੱਲਬਾਤ ਕਰਦੇ ਹਾਂ। ਬਹੁਤ ਸਾਰੇ ਉਤਰਾਅ ਚੜਾਅ ਜਿਹੜੇ ਪਿਛਲੇ ਦਿਨਾਂ 'ਚ ਇਲੈਕਸ਼ਨਾਂ 'ਚ ਸਾਨੂੰ ਦੇਖਣ ਨੂੰ ਮਿਲੇ ਸੀ, ਉਦੋਂ ਅਸੀਂ ਜੋ ਕਿਹਾ ਸੀ, ਉਹ ਜੋ ਭਵਿੱਖਬਾਣੀ ਕੀਤੀ ਸੀ ਕਹਿ ਲਓ, ਉਹੀ ਹੋ ਨਿਬੜਿਆ। ਅਤੇ ਇਹ ਜਿਹੜੀ ਜਾਣਕਾਰੀ ਆ, ਇਹ ਆਮ ਨਹੀਂ ਕਿਤੇ ਦਿੱਤੀ ਜਾਂਦੀ। ਮੈਂ ਦੇਖਿਆ ਪੰਜਾਬੀ ਚੈਨਲ ਖਾਸ ਕਰਕੇ, ਅਤੇ ਤੁਸੀਂ ਬਹੁਤ ਵਧੀਆ ਕਵਰੇਜ ਸਾਰੀ ਜਿਹੜੀ ਦਿੱਤੀ ਹੈ, ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਪੂਰੇ ਦਰਸ਼ਕਾਂ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਨਹੀਂ, ਤੁਹਾਡਾ ਧੰਨਵਾਦ ਕਿ ਤੁਸੀਂ ਮੌਕਾ ਦਿੱਤਾ ਇੱਥੇ ਆ ਕੇ ਆਪਣੇ ਇਹਦੇ ਬਾਰੇ, ਇਮੀਗ੍ਰੇਸ਼ਨ ਅਤੇ ਪੋਲੀਟਿਕਸ ਬਾਰੇ ਵਿਚਾਰ ਦੱਸਣ ਦਾ ਜੀ। ਪਹਿਲਾਂ ਤਾਂ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ। ਇਮੀਗ੍ਰੇਸ਼ਨ ਦਾ ਕੀ ਅਪਡੇਟ ਚੱਲ ਰਿਹਾ ਜੀ? ਰੰਧਾਵਾ ਸਾਹਿਬ, ਜਿਵੇਂ ਆਪਾਂ ਪਹਿਲਾਂ ਅਕਸਰ ਗੱਲ ਕਰਦੇ ਰਹੇ ਹਾਂ ਕਿ ਇਹ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ, ਇਹਨੇ ਬਹੁਤ ਜ਼ਿਆਦਾ ਸਖਤੀ ਕੀਤੀ ਹੈ ਇਮੀਗ੍ਰੇਸ਼ਨ ਦੇ ਵਿੱਚ। ਅਤੇ ਇਹਨਾਂ ਨੇ ਕੀ ਕੀਤਾ ਕਿ ਹਰ ਕਿਸਮ ਦੀ ਇਮੀਗ੍ਰੇਸ਼ਨ ਨੂੰ ਬੰਦ ਕੀਤਾ। ਅਤੇ ਅਸੀਂ ਇਹ ਇਲੈਕਸ਼ਨ ਦੇ ਉੱਤੇ ਨਿਗਾਹ ਸੀਗੀ ਆਪਣੀ ਕਿ ਇਲੈਕਸ਼ਨ ਦਾ ਰਿਜ਼ਲਟ ਕੀ ਨਿਕਲਦਾ, ਕਿਉਂਕਿ ਜੇ ਤਾਂ ਇਲੈਕਸ਼ਨ ਦੇ ਵਿੱਚ ਟਰੰਪ ਜਿੱਤਦਾ ਤਾਂ ਉਹਦੇ ਨਾਲ ਇਮੀਗ੍ਰੇਸ਼ਨ ਦੀ ਪੋਲਿਸੀ ਅਮਰੀਕਾ ਦੀ ਹੋਰ ਹੋਣੀ ਸੀ। ਪਰ ਉਹ ਹੁਣ ਬਾਈਡਨ ਜਿੱਤੇ ਆ ਤਾਂ ਇਮੀਗ੍ਰੇਸ਼ਨ ਦੀ ਪੋਲਿਸੀ ਦੇ ਵਿੱਚ 20 ਜਨਵਰੀ ਤੋਂ ਬਾਅਦ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਜੀ। ਲੇਕਿਨ ਅਜੇ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਜਿੰਨੀ ਸਖਤੀ ਕਰ ਸਕਦੀ ਹੈ ਉਹ ਕਰ ਰਹੀ ਹੈ। ਹੁਣ ਪਿੱਛੇ ਜੇ ਜਿਹੜੇ ਇਹਨਾਂ ਨੇ H1 ਤੇ ਲਾਏ ਸੀਗੇ, ਜਿਹੜੇ ਬੈਨ ਲਾਏ ਸੀ, ਉਹਨਾਂ ਦੇ ਉੱਤੇ ਜਿਹੜਾ ਹੈਗਾ ਸੈਨ ਫਰਾਂਸਿਸਕੋ ਦੀ ਕੋਰਟ ਨੇ ਫੈਸਲਾ ਕੀਤਾ ਤੇ ਉਹਨੇ ਇਹਨਾਂ ਦੇ ਬੈਨ ਜਿਹੜੇ ਆ ਉਹ ਤੋੜ ਦਿੱਤੇ ਆ। ਤੇ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਇਹਨਾਂ ਨੇ ਫੀਸਾਂ ਵਧਾਈਆਂ ਸੀ ਉਹ ਟੁੱਟੀਆਂ। ਫਿਰ ਇਹਨਾਂ ਨੇ ਡਾਕਾ ਵਾਲਿਆਂ ਤੇ ਰੈਗੂਲੇਸ਼ਨ ਜਿਹੜੇ ਸੀਗੇ, ਉਹ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਬੈਨ ਗਲਤ ਆ ਕਿਉਂਕਿ ਇਹਨਾਂ ਨੇ ਪ੍ਰੋਪਰ ਪ੍ਰੋਸੀਜਰ ਫੋਲੋ ਨਹੀਂ ਕੀਤਾ। ਫਿਰ ਮੁੜ ਕੇ ਜਿਹੜੀ ਇੱਕ ਡਿਸਟ੍ਰਿਕਟ ਕੋਰਟ ਆ ਨਿਊਯਾਰਕ ਦੀ, ਉਹਨੇ ਇਹਨਾਂ ਦੇ ਜਿਹੜੇ ਇਹਨਾਂ ਨੇ ਮੁੜ ਕੇ ਫਿਰ ਸੈਕਸ਼ਨ ਲਾਈਆਂ ਉਹ ਤੋੜੀਆਂ। ਸੋ ਹੁਣ ਇਹਨਾਂ ਨੇ ਇੱਕ ਪਬਲਿਸ਼ ਕੀਤਾ ਹੈਗਾ ਅਸਾਈਲਮ ਦੇ ਕੇਸਾਂ ਬਾਰੇ। ਉਹਦੇ 'ਚ ਇਹ ਜਿਹੜੀਆਂ ਇਮੀਗ੍ਰੇਸ਼ਨ ਜੱਜ ਦੀਆਂ ਪਾਵਰਸ ਨੇ ਉਹਨਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਕਿ ਜੱਜ ਜਿਹੜਾ ਸਰਟਨ ਹਾਲਾਤ ਦੇ ਵਿੱਚ ਉਹ ਬਿਨਾਂ ਕੇਸ ਸੁਣੇ ਹੀ ਵੀ ਕੇਸ ਨੂੰ ਡਿਨਾਈ ਕਰ ਸਕਦਾ, ਟਰਮੀਨੇਟ ਕਰ ਸਕਦਾ। ਅਤੇ ਅਸਾਈਲਮ ਦਾ ਇਹ ਸੀ ਕਿ ਜੇ ਬੰਦਾ ਕਿਸੇ ਹੋਰ ਮੁਲਕ 'ਚੋਂ ਆਇਆ, ਪਹਿਲਾਂ ਉੱਥੇ ਕੇਸ ਕਰੇ ਜਾ ਕੇ, ਅਤੇ ਜੇ ਉੱਥੇ ਕੇਸ ਕੀਤਾ ਆ ਤਾਂ ਉੱਥੇ ਨਹੀਂ ਗੱਲ ਬਣੀ, ਫਿਰ ਇੱਥੇ ਆਵੇ। ਵਰਕ ਪਰਮਿਟ ਇਹਨਾਂ ਨੇ ਸਾਲ ਦਾ ਕਰਤਾ ਸੀ 6 ਮਹੀਨੇ ਤੋਂ ਵਧਾ ਕੇ। ਸੋ ਇਸ ਕਿਸਮ ਦੀਆਂ ਜਿਹੜੀਆਂ ਚੇਂਜਸ ਕੀਤੀਆਂ ਉਹ ਇਹ ਇੰਪਲੀਮੈਂਟ ਮਤਲਬ ਕਰਨੇ ਚਾਹੁੰਦੇ ਸੀਗੇ। ਹੁਣ ਵੀ ਇਹਨਾਂ ਦੀ ਕੋਸ਼ਿਸ਼ ਆ ਕਿ ਉਹ ਇੰਪਲੀਮੈਂਟ ਹੋ ਜਾਣ ਜਿੰਨੇ ਕੁ ਦਿਨ ਰਹਿ ਗਏ ਆ। ਪਰ ਹੁਣ ਇਹ ਇਸ ਤਰ੍ਹਾਂ ਹੈਗਾ ਕਿ ਜਿਹੜਾ ਇਹਨਾਂ ਦਾ ਆਪਣਾ ਹੀ ਹੈਗਾ ਜਸਟਿਸ ਡਿਪਾਰਟਮੈਂਟ, ਉਹ ਇਹਨਾਂ ਦਾ ਸਾਥ ਨਹੀਂ ਦੇ ਰਿਹਾ। ਮਤਲਬ ਉਹ ਚੈਲੰਜ ਨਹੀਂ ਕਰ ਰਿਹਾ ਉਹਨਾਂ ਨੂੰ, ਅਪੀਲਾਂ ਨੂੰ। ਜੇ ਕੋਈ ਜੱਜ ਸਟੇ ਕਰਨ ਦਾ ਉਹਨੂੰ ਅੱਗੇ ਚੈਲੰਜ ਨਹੀਂ ਕਰਦੇ ਕਿਉਂਕਿ ਦਿਨ ਥੋੜ੍ਹੇ ਰਹਿ ਗਏ ਆ। ਅਤੇ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਦੀਆਂ ਓਪਨਿੰਗਸ ਨੇ, ਉਹਦਾ ਵੀ ਇੱਕ ਕੋਵਿਡ ਦੇ ਕਰਕੇ ਬੜਾ ਉਹ 'ਤੇ ਅਸਰ ਪਿਆ। ਹੁਣ ਨਿਊਯਾਰਕ ਦੀ ਜਿਹੜੀ ਇਮੀਗ੍ਰੇਸ਼ਨ ਦੀ ਕੋਰਟ ਆ, ਅਜੇ ਤੱਕ ਵੀ ਨਹੀਂ ਖੁੱਲ੍ਹੀ ਜੀ। ਅਤੇ ਮਤਲਬ ਇਹਨਾਂ ਨੇ ਹੁਣ ਐਕਸਟੈਂਡ ਕਰਤੀ ਸੀ ਓਪਨਿੰਗ ਦਸੰਬਰ 18 ਤੱਕ, ਅਤੇ ਉਹ ਅਜੇ ਤੱਕ ਵੀ ਓਪਨ ਨਹੀਂ ਕੀਤੀ ਇਹਨਾਂ ਨੇ। ਅਤੇ ਹੁਣ ਇਹ ਆ ਵੀ ਮੇਰੇ ਖਿਆਲ ਨਾਲ ਅਗਲੇ ਸਾਲ 'ਚ ਜਾਏਗੀ। ਕੁਛ ਹੁਣ ਕੋਵਿਡ ਤੁਹਾਨੂੰ ਪਤਾ ਜ਼ਿਆਦਾ ਵੱਧ ਗਿਆ, ਉਹਦੇ ਕਰਕੇ ਲੋਕਡਾਊਨ ਹੋ ਗਿਆ ਕਈ ਸਟੇਟਾਂ 'ਚ ਜੀ। ਅਤੇ ਉਹਦਾ ਹੁਣ ਜਿਹੜਾ ਲੋਕਡਾਊਨ ਦਾ ਆਮ ਲੋਕਾਂ ਦੇ ਦਾ ਅਸਰ ਪਵੇ ਨਾ ਪਵੇ, ਕਿਉਂਕਿ ਆਮ ਜਿਹੜੇ ਪ੍ਰਾਈਵੇਟ ਬੰਦੇ ਨੇ ਉਹ ਨਹੀਂ ਇੰਨੀ ਕੇਅਰ ਕਰ ਰਹੇ ਇਹਦੀ। ਜਿਵੇਂ ਲੋਕਾਂ ਨੇ ਪਹਿਲਾਂ ਜਿਹੜਾ ਲੱਗਿਆ ਸੀ ਲੋਕਡਾਊਨ ਮਾਰਚ ਅਪ੍ਰੈਲ ਮਈ 'ਚ, ਉਹਦੇ 'ਚ ਕੀਤੀ ਸੀ। ਹੁਣ ਲੋਕਾਂ ਦੇ ਵਿੱਚ ਇਹਦਾ ਕੋਈ ਏਡਾ ਅਸਰ ਨਹੀਂ ਹੈਗਾ ਅਤੇ ਸਾਰੇ ਲੋਕਾਂ ਨੇ ਇਹਨੂੰ ਬੜਾ ਲਾਈਟਲੀ ਲਿਆ। ਪਰ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ 'ਤੇ ਅਸਰ ਜ਼ਰੂਰ ਆ, ਅਤੇ ਉਹ ਕਿਉਂਕਿ ਉਹਨੂੰ ਮਤਲਬ ਫੋਲੋ ਕਰਦੇ ਆ। ਸੋ ਉਹਦੇ ਨਾਲ ਜਿਹੜੀਆਂ ਹੁਣ ਇਮੀਗ੍ਰੇਸ਼ਨ ਦੀਆਂ ਡੇਟਾਂ ਨੇ, ਖਾਸ ਕਰਕੇ ਇੰਟਰਵਿਊਜ਼ ਨੇ, ਚਾਹੇ ਸਿਟੀਜ਼ਨਸ਼ਿਪ ਦੀਆਂ ਹੋਣ ਚਾਹੇ ਗ੍ਰੀਨ ਕਾਰਡ ਦੀਆਂ, ਉਹ 'ਚ ਵੀ ਡਿਲੇ ਆ। ਅਸਾਈਲਮ ਦੀਆਂ ਇੰਟਰਵਿਊ 'ਚ ਵੀ ਡਿਲੇ ਆ। ਅਤੇ ਬਾਕੀ ਜਿਹੜੀਆਂ ਹੁਣ ਕੋਰਟ ਦੀਆਂ ਹੀਅਰਿੰਗਸ ਨੇ, ਉਹਨਾਂ ਜਿਹੜੀਆਂ ਮਾਸਟਰ ਹੀਅਰਿੰਗ ਡੇਟਾ ਉਹ ਸਾਰੀਆਂ ਹੀ ਹਰੇਕ ਕੋਰਟ ਇਮੀਗ੍ਰੇਸ਼ਨ ਦੀ ਅਗਲੇ ਸਾਲ 'ਤੇ ਪਾ ਰਹੀ ਆ ਜੀ। ਜਿਹੜੀਆਂ ਇੰਡੀਵਿਜੂਅਲ ਡੇਟਾ ਹੈਗੀਆਂ ਉਹ ਵੀ ਪੋਸਟਪੋਨ ਹੋ ਰਹੀਆਂ ਨੇ। ਸੋ ਹੁਣ ਇਹ ਜਿਹੜਾ ਕੋਵਿਡ ਦਾ ਜਿਹੜਾ ਹੈਗਾ ਪ੍ਰਕੋਪ ਹੈ, ਜਿੰਨੀ ਦੇਰ ਚੱਲੂਗਾ ਉਨੀ ਦੇਰ ਤੱਕ ਜਿਹੜੇ ਸਰਕਾਰੀ ਕੰਮਕਾਰ ਨੇ ਉਹਨਾਂ ਦੇ ਵਿੱਚ ਲਾਜ਼ਮੀ ਡਿਲੇ ਹੋਏਗੀ। ਪਰ ਇੱਥੇ ਰੰਧਾਵਾ ਸਾਹਿਬ ਇੱਕ ਆਸ ਦੀ ਕਿਰਨ ਆ, ਉਹ ਇਹ ਆ ਕਿ 2 ਜਿਹੜੀਆਂ ਵੈਕਸੀਨਸ ਨੇ ਅਮਰੀਕਨ ਕੰਪਨੀਆਂ ਦੀਆਂ, ਉਹ ਪੂਰੀ ਤਰ੍ਹਾਂ ਮਤਲਬ 90% ਤੋਂ ਉੱਤੇ ਕਾਮਯਾਬ ਰਹੀਆਂ ਨੇ।
ਤੇ ਉਹਨਾਂ ਨੂੰ ਵਰਲਡ ਵਾਈਡ ਮਾਨਤਾ ਮਿਲੀ ਆ। ਇੱਕ ਤਾਂ ਹੈਗੀ ਫਾਈਜ਼ਰ ਦੀ ਤੇ ਇੱਕ ਹੈਗੀ ਆ ਮੋਡਰਨਾ ਦੀ। ਤੇ ਉਹ ਜਿਹੜੀ ਫਾਈਜ਼ਰ ਵਾਲੀ ਆ ਉਹਨੂੰ ਤਾਂ ਹੁਣ ਇੰਗਲੈਂਡ ਵਾਲਿਆਂ ਨੇ ਵੀ ਜਿਹੜਾ ਹੈਗਾ ਉੱਥੇ ਯੂਜ਼ ਕਰ ਲਿਆ, ਯੂਜ਼ ਦੀ ਜਿਹੜੀ ਹੈਗੀ ਆ ਉਹ ਪਰਮਿਸ਼ਨ ਦੇਤੀ ਆ ਜੀ। ਅਮਰੀਕਾ ਨੇ ਵੀ FDA ਨੇ ਦੇਤੀ ਆ ਪਰਮਿਸ਼ਨ ਫਰਾਈਡੇ ਕੱਲ ਜੀ। ਤੇ ਅਮਰੀਕਾ ਦੇ ਵਿੱਚ ਉਹ ਜਿਹੜੀ ਵੈਕਸੀਨ ਆ ਉਹ ਤਕਰੀਬਨ ਇਸ ਮਹੀਨੇ ਤੋਂ ਲੱਗਣੀ ਸ਼ੁਰੂ ਹੋ ਜਾਏਗੀ। ਪਹਿਲਾਂ ਹੈਲਥ ਕੇਅਰ ਦੇ ਸਾਰੇ ਜਿਹੜੇ ਹੈਗੇ ਨੇ ਵਰਕਰ, ਜਿਵੇਂ ਡਾਕਟਰਸ ਹੋ ਗਏ, ਨਰਸਿਸ ਹੋ ਗਈਆਂ, ਫਰੰਟ ਲਾਈਨ ਵਾਲੇ, ਜਿਹੜੇ ਫਰੰਟ ਲਾਈਨ ਵਾਲੇ ਆ ਉਹਨਾਂ ਦੇ ਲੱਗੇਗੀ। ਫਿਰ ਜਿਹੜੀ 올ਡਰ ਪਾਪੂਲੇਸ਼ਨ ਆ 65 ਸਾਲ ਤੋਂ ਉੱਤੇ ਉਹਨਾਂ ਦੀ, ਫਿਰ ਜਿਹੜੇ ਦੂਜਿਆਂ ਦੀ। ਜੀ। ਪਰ ਇਹ ਵੀ ਹੋ ਸਕਦਾ ਵੀ ਜ਼ਰੂਰੀ ਨਹੀਂ ਵੀ ਇਹ ਕ੍ਰਾਈਟੇਰੀਆ ਰੱਖਣਗੇ, ਹੋ ਸਕਦਾ ਇਹਨੂੰ ਹੋਰ ਤੇਜ਼ ਕਰ ਦੇਣ ਜੀ। ਇਹ ਵੀ ਕਰ ਸਕਦੇ ਆ ਕਿ ਇੰਗਲੈਂਡ ਨੂੰ ਸਾਰਿਆਂ ਨੂੰ ਲਾ ਦਿਓ ਜੀ। ਤੇ ਉਹਦੇ ਨਾਲ ਇਕਨੋਮੀ ਛੇਤੀ ਖੁੱਲੇਗੀ। ਉਦੋਂ ਬਾਅਦ ਮੋਡਰਨਾ ਵਾਲੀ ਆਉਣੀ ਆ ਤੇ ਜਿਹੜੀ ਮੋਡਰਨਾ ਵਾਲੀ ਆ ਉਹ ਜਦੋਂ ਆਈ ਤਾਂ ਉਹ 'ਤੇ ਵੀ ਮਤਲਬ ਖੁੱਲਣ ਦੀ ਆਸ ਹੋ ਗਈ। ਸੋ ਹੁਣ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕੁੱਲ ਮਿਲਾ ਕੇ ਮਾਰਚ ਅਪ੍ਰੈਲ ਤੱਕ ਇਕਨੋਮੀ ਖੁੱਲਣ ਦੀ ਆਸ ਹੋ ਗਈ। ਇਹਦੇ ਨਾਲ ਜਿਹੜੀ ਇਕਨੋਮੀ ਆ ਉਹ ਕਾਫੀ ਓਪਨ ਹੋ ਜਾਏਗੀ। ਜਿਵੇਂ ਉਹ ਗੱਲ ਨਹੀਂ ਹੈਗੀ ਪਤਾ ਨਹੀਂ ਕਦੋਂ ਖੁੱਲਣੀ ਆ। ਜੀ। ਤੇ ਇੱਕ ਤਾਂ ਇਹ ਪੋਜ਼ਿਟਿਵ ਸਾਈਨ ਆ, ਉਹਨਾਂ ਸਾਰੇ ਕੰਮਕਾਰ ਅੱਗੇ ਚੱਲਣਗੇ। ਤੇ ਬਾਕੀ ਜਿਹੜੀ ਇਮੀਗ੍ਰੇਸ਼ਨ ਦੀ ਆਪਾਂ ਗੱਲ, ਤੁਸੀਂ ਜਿਹੜਾ ਸਵਾਲ ਪੁੱਛਿਆ ਜੀ, ਉਹਦੇ ਵਿੱਚ ਅਜੇ ਤਾਂ ਜਿਹੜੀ ਅਪਰੋਚ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ, ਕਿਉਂਕਿ ਅਜੇ ਤੱਕ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੀ ਪ੍ਰੈਜ਼ੀਡੈਂਟ ਨੇ 20 ਜਨਵਰੀ ਤੱਕ ਉਹ ਤਾਂ ਉਹੀ ਆ ਕਿ ਉਹ ਇਮੀਗ੍ਰੇਸ਼ਨ ਦੇ ਜਿਹੜੀ ਸਖਤੀ ਦਾ ਉਹਨਾਂ ਦਾ ਐਟੀਟਿਊਡ ਆ। ਪਰ ਜਦੋਂ ਬਾਈਡਨ ਨੇ ਆਉਣਾ ਤਾਂ ਉਹਨਾਂ ਨੇ ਕਈ ਗੱਲਾਂ ਕਹੀਆਂ ਨੇ। ਉਹਨੇ ਇੱਕ ਤਾਂ ਇਹ ਕਿਹਾ ਵੀ ਜਿਹੜੇ ਉਹਨਾਂ ਨੇ ਐਗਜ਼ੈਕਟਿਵ ਆਰਡਰ ਕੀਤੇ ਆ, ਬੈਨ ਲਾਏ ਆ, ਉਹ ਸਾਰੇ ਮੈਂ ਰਿਵਰਸ ਕਰਾਂਗਾ। ਅੱਛਾ ਜੀ। ਦੂਜਾ ਉਹਨਾਂ ਨੇ ਉਹ ਕਿਹਾ ਵੀ ਜਿਹੜੇ ਫੈਮਿਲੀ ਇਮੀਗ੍ਰੇਸ਼ਨ ਦੇ ਕੇਸਾਂ ਦੇ ਵਿੱਚ ਬੜੀ ਦੇਰ ਲੱਗ ਰਹੀ ਆ, ਉਹਨੂੰ ਸਾਡੀ ਕੋਸ਼ਿਸ਼ ਹੋਏਗੀ ਕਿ ਕਿਸੇ ਤਰੀਕੇ ਦੇ ਨਾਲ ਫਾਸਟ ਕੀਤਾ ਜਾਵੇ ਜੀ। ਤੇ ਇੱਕ ਉਹਨਾਂ ਨੇ ਕਿਹਾ ਵੀ ਜਿਹੜੇ ਇਹਨਾਂ ਨੇ ਇੱਥੇ ਅਨਡਾਕੂਮੈਂਟਡ ਬੰਦੇ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ ਪੱਕੇ ਕਰਨ ਦਾ ਰਾਹ ਲੱਭਾਂਗੇ। ਉਹ ਹੁਣ ਡਿਪੈਂਡ ਕਰੇਗਾ ਸੈਨੇਟ ਦੀ ਮੈਜੋਰਟੀ ਤੇ, ਕਿਉਂਕਿ 2 ਸੀਟਾਂ ਦੀ ਇਲੈਕਸ਼ਨ ਸੈਨੇਟ ਦੀ ਜਾਰਜੀਆ 'ਚ ਹੋਣੀ ਹੈ ਜਨਵਰੀ 5 ਨੂੰ ਜੀ। ਉਹਦੇ ਵਿੱਚ ਜਿਹੜਾ ਜਿੱਤਦਾ ਉੱਥੋਂ ਫਿਰ ਸੈਨੇਟ ਦੀ ਜਿਹੜੀ ਮੈਜੋਰਟੀ ਆ ਉਹਦਾ ਜਿਹੜਾ ਫੈਸਲਾ ਹੋਏਗਾ। ਜੇ ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਆ ਜਾਂਦੀ ਆ ਤਾਂ ਫਿਰ ਮੁਸ਼ਕਲ ਹੋਏਗਾ ਇਮੀਗ੍ਰੇਸ਼ਨ ਦਾ ਰਿਫਾਰਮ ਕਰਨਾ ਜੀ। ਪਰ ਜਿਹੜੇ ਇਹਨਾਂ ਨੇ ਆਪ ਜਿਹੜੇ ਐਗਜ਼ੈਕਟਿਵ ਆਰਡਰ ਕੀਤੇ ਨੇ ਪ੍ਰੈਜ਼ੀਡੈਂਟ ਨੇ, ਜਾਂ ਉਹਨਾਂ ਦੇ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਐਕਟਿੰਗ ਸੈਕਟਰੀ ਆ ਉਹਨੇ ਜੋ ਵੀ ਆਰਡਰ ਕੀਤੇ ਨੇ ਉਹ ਰਿਵਰਸ ਕੀਤੇ ਜਾ ਸਕਦੇ। ਉਹਦੇ ਵਾਸਤੇ ਇਹਨਾਂ ਨੂੰ ਸੈਨੇਟ ਦੀ ਜਾਂ ਹਾਊਸ ਦੀ ਲੋੜ ਨਹੀਂ ਜੀ। ਸੋ ਇਹ ਹੁਣ ਬਦਲਾਅ ਆਉਂਦੇ ਦਿਨਾਂ ਵਿੱਚ ਆਪਾਂ ਦੇਖਾਂਗੇ। ਟਰੰਪ ਸਾਹਿਬ ਇਲੈਕਸ਼ਨ ਚਾਹੇ ਹਾਰ ਗਏ ਆ, ਪਰ ਉਹ ਹਾਲੇ ਵੀ ਉਹ ਕਹਿ ਰਹੇ ਆ ਕਿ ਮੈਂ ਜਿਹੜਾ ਵਾਈਟ ਹਾਊਸ ਆ ਉਹ ਨਹੀਂ ਛੱਡਣਾ, ਮੈਂ ਹਾਰ ਮਨਜ਼ੂਰ ਨਹੀਂ ਕਰਦਾ। ਉਹਦੇ ਬਾਰੇ ਕੋਈ ਅਪਡੇਟ ਆਇਆ? ਹਾਂਜੀ, ਉਹਦੇ ਬਾਰੇ ਤਾਂ ਰੀਸੈਂਟ ਅਪਡੇਟ ਹੀ ਹੈ US ਸੁਪਰੀਮ ਕੋਰਟ ਦੀ ਕੱਲ੍ਹ ਦੀ ਜੀ, ਕਿ ਇਹਨਾਂ ਨੇ ਜਿਹੜਾ ਹੈਗਾ ਟੈਕਸਸ ਦਾ ਜਿਹੜਾ ਅਟਾਰਨੀ ਜਨਰਲ ਆ ਉਹਨੇ ਤਾਂ ਕੁਝ ਹੋਰ ਸਟੇਟਾਂ ਨੇ ਸੁਪਰੀਮ ਕੋਰਟ 'ਚ ਕੇਸ ਕੀਤਾ ਸੀ ਤੇ ਇਹਨਾਂ ਨੇ ਸੁਪਰੀਮ ਕੋਰਟ ਨੂੰ ਇਹ ਕਿਹਾ ਵੀ ਇਲੈਕਸ਼ਨ ਨੂੰ ਓਵਰਟਰਨ ਕਰੋ। ਖਾਸ ਕਰਕੇ ਜਿਹੜੀਆਂ 4 ਸਟੇਟਾਂ ਨੇ ਬੈਟਲ ਗਰਾਊਂਡ, ਜਿਨ੍ਹਾਂ ਵਿੱਚ ਸੀਗਾ ਜਾਰਜੀਆ, ਮਿਸ਼ੀਗਨ, ਵਿਸਕੌਨਸਨ ਤੇ ਪੈਨਸਿਲਵੇਨੀਆ, ਵੀ ਉਹਨਾਂ ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹ ਕੈਂਸਲ ਕਰ ਦਿਓ। ਪਰ ਜਿਹੜੀਆਂ ਸਟੇਟਾਂ ਦੇ ਵਿੱਚ ਟਰੰਪ ਜਿੱਤੇ ਨੇ ਉਹ ਠੀਕ ਨੇ, ਉਹ ਰਹਿਣ ਦਿਓ। ਜਿਹੜੇ ਟਰੰਪ ਹਾਰੇ ਆ ਉਹ ਕੈਂਸਲ ਕਰ ਦਿਓ ਜੀ। ਸੁਪਰੀਮ ਕੋਰਟ ਨੇ ਉਹਦਾ ਕੇਸ ਹੈਗਾ ਡਿਸਮਿਸ ਕਰਤਾ, ਲੈਣ ਤੋਂ ਇਨਕਾਰ ਕਰਤਾ ਜੀ। ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਅਸੀਂ ਹੈਰਾਨ ਆ ਵੀ ਇਹੋ ਜਿਹਾ ਕੇਸ ਕਿਉਂ ਆਇਆ, ਵੀ ਜਿਹੜਾ ਟੈਕਸਸ ਦੀ ਸਟੇਟ ਆ ਉਹਨੂੰ ਅਧਿਕਾਰ ਹੀ ਹੈ ਨਹੀਂ ਦੂਜੀਆਂ ਸਟੇਟਾਂ ਬਾਰੇ ਕਹਿਣ ਦਾ ਵੀ ਉੱਥੇ ਇਲੈਕਸ਼ਨ ਠੀਕ ਨਹੀਂ ਹੋਈ। ਉਹ ਤਾਂ ਉਹ ਸਟੇਟਾਂ ਦੇ ਲੋਕ ਕਹਿਣ ਤੇ ਉੱਥੇ ਕੋਈ ਫਰਾਡ ਦਾ ਕੋਈ ਜਿਹੜਾ ਐਲੀਮੈਂਟ ਹੀ ਹੈ ਨਹੀਂ। ਸੋ ਸੁਪਰੀਮ ਕੋਰਟ ਨੇ ਡਿਸਮਿਸ ਕੀਤਾ। ਤੇ ਜਿਹੜੀਆਂ ਬਾਕੀ ਇਹਨਾਂ ਨੇ ਲਾ ਸੂਟ ਕੀਤੇ ਨੇ ਅੱਡ-ਅੱਡ ਸਟੇਟਾਂ ਦੇ ਵਿੱਚ, ਇਹਨਾਂ ਨੇ ਤਕਰੀਬਨ ਹਰੇਕ ਬੈਟਲ ਗਰਾਊਂਡ ਸਟੇਟ 'ਚ ਹੀ ਕੀਤਾ ਜਿੱਥੇ ਕਿ ਟਰੰਪ ਹਾਰਿਆ। ਉਹ ਸਾਰੇ ਲਾ ਸੂਟਾਂ ਦਾ ਹਾਲ ਵੀ ਇਹੀ ਹੋਇਆ ਵੀ ਇਹਨਾਂ ਨੂੰ ਕੋਈ ਫਰਾਡ ਕਿਤੇ ਲੱਭਿਆ ਨਹੀਂ, ਤਾਂ ਉਹ ਕਿਤੇ ਤਾਂ ਜਿਹੜੀ ਲੋਅਰ ਕੋਰਟ ਆ ਉਹਨੇ ਡਿਸਮਿਸ ਕੀਤੇ ਆ, ਕਿਤੇ ਉਸ ਸਟੇਟ ਦੀ ਸੁਪਰੀਮ ਕੋਰਟ 'ਚ ਗਏ ਉਹਨੇ ਕੀਤੇ ਆ। ਸੋ ਉਹ ਇਹਨਾਂ ਦਾ ਕਿਸੇ ਪਾਸੇ ਗੱਲ ਲੱਗੀ ਨਹੀਂ। ਸੋ ਇਸ ਕਰਕੇ ਹੁਣ ਇਲੈਕਟੋਰਲ ਕਾਲਜ ਦੀ ਮੀਟਿੰਗ ਹੋਣੀ ਹੈ ਇਸ ਮਹੀਨੇ ਤੇ ਆਪੋ ਆਪਣੇ ਸਟੇਟ ਕੈਪੀਟਲ ਦੇ ਵਿੱਚ। ਸੋ ਜਿਹੜੇ ਵੀ ਇਲੈਕਟੋਰਲ ਕਾਲਜ ਦੇ ਬੰਦੇ ਜਿੱਤੇ ਆ ਉਹ ਕੈਂਡੀਡੇਟ ਦੇ ਨਾਲ ਹੀ ਜਿੱਤੇ ਆ ਵੀ ਜਿਹੜੀ ਸਟੇਟ ਦੇ ਵਿੱਚ ਜਿਹੜਾ ਕੈਂਡੀਡੇਟ ਜਿੱਤਦਾ ਉੱਥੋਂ ਉਹਦੇ ਜਿਹੜੇ ਹੈਗੇ ਇਲੈਕਟੋਰਲ ਕਾਲਜ ਦੇ ਬੰਦੇ ਜਿੱਤ ਜਾਂਦੇ ਆ ਜੀ। ਉਹਨਾਂ ਨੇ ਵੋਟ ਪਾਉਣੀ ਆ ਤੇ ਉਹਨਾਂ ਨੇ ਜਦੋਂ ਵੋਟ ਪਾਤੀ ਤੇ ਜਿਹੜੀਆਂ ਉਹਨਾਂ ਦੀਆਂ ਵੋਟਾਂ 270 ਤੋਂ ਜ਼ਿਆਦਾ ਹੁਣ ਜਿਵੇਂ ਬਾਈਡਨ ਨੂੰ ਪੈਣੀਆਂ ਨੇ, ਤਾਂ ਉਸ ਤੋਂ ਬਾਅਦ ਉਹ ਵੋਟ ਜਿਹੜੀ ਆ ਉਹ US ਕਾਂਗਰਸ ਕੋਲ ਜਾਣੀ ਆ ਤੇ ਕਾਂਗਰਸ ਨੇ ਫਿਰ ਜਨਵਰੀ ਦੇ ਵਿੱਚ ਇਹਨਾਂ ਨੂੰ ਇਨਵਾਈਟ ਕਰਨਾ, ਮਤਲਬ ਉਹ ਇੱਕ ਫਾਰਮੈਲਿਟੀ ਹੁੰਦੀ ਆ ਤੇ 20 ਜਨਵਰੀ ਨੂੰ ਬਾਈਡਨ ਨੇ ਸਹੁੰ ਚੱਕਣੀ ਆ। ਸੋ ਜਿਹੜਾ ਇਹਨਾਂ ਦਾ ਲੀਗਲ ਮਤਲਬ ਜੋ ਵੀ ਇਹ ਆਪਾਂ ਤਾਂ ਉਹਨੂੰ ਐਡਵੈਂਚਰ ਹੀ ਕਹਿ ਸਕਦੇ ਹਾਂ ਕਿ ਕਿਉਂਕਿ ਉਹਦੇ ਵਿੱਚ ਕੋਈ ਫੈਕਟ ਜਾਂ ਤੱਤ ਹੈ ਨਹੀਂ ਗਾ, ਤੇ ਜਿਹੜਾ ਉਹ ਜੋ ਵੀ ਕਰ ਰਹੇ ਆ ਉਹਦੇ ਵਿੱਚ ਇਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਤੇ ਨਾ ਹੀ ਮਿਲਣੀ ਹੈ। ਸੋ ਵੇਸਟ ਆਫ ਟਾਈਮ ਹੈ ਤੇ ਉਹ ਕਰੀ ਜਾ ਰਹੇ ਆ। ਪਰ ਹੁਣ ਟਾਈਮ ਵੀ ਘੱਟ ਰਹਿ ਗਿਆ ਇਹਨਾਂ ਕੋਲ, ਹੁਣ ਜਨਵਰੀ ਆ ਗਈ ਆ। ਸੋ ਮੇਰਾ ਖਿਆਲ ਆ ਵੀ ਆਉਂਦੇ ਦਿਨਾਂ ਦੇ ਵਿੱਚ ਇਹ ਕੰਮ ਵੀ ਸਿਮਟ ਕੇ ਰਹਿ ਜਾਊਗਾ। ਤੇ ਬਹੁਤ ਸਾਰੇ ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਆ ਕਿ ਵੱਖ-ਵੱਖ ਸਟੇਟਾਂ ਵਿੱਚ ਕੇਸ ਕਰ ਦੇਣ, ਜਿਵੇਂ ਕਿ ਤੁਸੀਂ ਦੱਸਿਆ ਕਿ ਉੱਥੋਂ ਦੀ ਜਿਹੜੀ ਸੁਪਰੀਮ ਕੋਰਟਸ ਆ ਉਹਨਾਂ ਨੇ ਰਿਫਿਊਜ਼ ਕਰ ਦਿੱਤਾ। ਤੇ ਅੱਗਿਓਂ ਵੀ ਕੋਈ ਚਾਂਸ ਹੈਗਾ ਹਾਲੇ ਹੋਰ ਵੀ ਉਹ ਰਿਟ ਕਰ ਸਕਦੇ ਇਸ ਤੋਂ ਬਾਅਦ ਵੀ?
ਨਹੀਂ ਕਰਨਗੇ ਇਹਨਾਂ ਨੇ ਹੁਣ। ਨਹੀਂ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਵੀ ਜਦੋਂ US ਸੁਪਰੀਮ ਕੋਰਟ ਨੇ ਕਹਿਤਾ ਜੀ ਕੋਈ ਆਧਾਰ ਨਹੀਂਗਾ ਤੇ ਇਹਨੂੰ ਸਟਾਪ ਕਰੋ, ਤਾਂ ਉਹਦੇ ਉੱਤੇ ਹੁਣ ਹਾਥੀ ਦੇ ਪੈਰ ਸਭ ਦਾ ਪੈਰ ਉਹਦੇ ਉੱਤੇ ਕੋਈ ਰਹਿ ਨਹੀਂ ਗਿਆ। ਜੀ ਜੀ ਪਰ ਇਹਨਾਂ ਨੇ ਹਟਣਾ ਨਹੀਂ, ਇਹਨਾਂ ਨੇ ਹੁਣ ਹੋਰ ਕੇਸ ਵੀ ਕਰਨੇ ਆ ਜੀ। ਤੇ ਇਹ ਹੁਣ ਕਈ ਸਟੇਟਾਂ 'ਚ ਕਰਨਗੇ, ਪਰ ਹਰੇਕ ਸਟੇਟ ਦੇ ਵਿੱਚ ਹਸ਼ਰ ਉਹੀ ਹੋਊਗਾ, ਕਿਉਂਕਿ ਉਹਦਾ ਰੀਜ਼ਨ ਇਹ ਹੈਗਾ ਕਿ ਸਟੇਟਾਂ ਦੇ ਵਿੱਚ ਜਿਹੜੀ ਮਤਲਬ ਵੋਟਰ ਫਰਾਡ ਆ ਉਹਦੀ ਐਵੀਡੈਂਸ ਚਾਹੀਦੀ। ਐਵੇਂ ਨਹੀਂ ਤੁਸੀਂ ਕਹਿ ਸਕਦੇ ਵੀ ਇਲੈਕਸ਼ਨ ਕੋਈ ਮੈਂ ਹਾਰ ਗਿਆ ਤਾਂ ਇਲੈਕਸ਼ਨ ਗਲਤ ਆ ਜੀ, ਤੇ ਜੇ ਮੈਂ ਜਿੱਦਾਂ ਇਲੈਕਸ਼ਨ ਸਹੀ ਸੀ, ਇਹ ਨਹੀਂ ਹੈ। ਤੁਹਾਡੇ ਕੋਲ ਬਕਾਇਦਾ ਸਪੈਸੀਫਿਕ ਨੰਬਰਸ ਚਾਹੀਦੇ ਨੇ, ਵੋਟਾਂ ਚਾਹੀਦੀਆਂ ਨੇ ਕਿ ਆਹ ਵੋਟ ਗਲਤ ਨੰਬਰ ਤੇ ਪਈ ਹੈ, ਜਾਂ ਉਹ ਬੰਦੇ ਦੇ ਐਫੀਡੇਵਿਟ ਚਾਹੀਦੇ ਨੇ ਜਿਹੜਾ ਕਵੇ ਕਿ ਮੈਂ ਤਾਂ ਜੀ ਵੋਟ ਪਾਈ ਸੀ ਟਰੰਪ ਨੂੰ ਤੇ ਪੈ ਗਈ ਬਾਈਡਨ ਨੂੰ। ਉਹ ਇਹਨਾਂ ਕੋਲੇ ਹੈ ਕੁਝ ਨਹੀਂ ਜੀ। ਤੇ ਜਾਂ ਫਿਰ ਇਹ ਸਾਬਤ ਕਰਨ ਵੀ ਜਾਲੀ ਵੋਟਾਂ ਪਈਆਂ, ਵੀ ਉਹ ਬੰਦੇ ਇੱਥੋਂ ਦੇ ਹੈ ਹੀ ਨਹੀਂ, ਵੀ ਉਹ ਅਮਰੀਕਨ ਸਿਟੀਜ਼ਨ ਹੀ ਹੈ ਨਹੀਂ, ਜਾਂ ਉਹ ਬੰਦਿਆਂ ਨੇ 2 ਵਾਰੀ ਵੋਟ ਪਾਈ ਹੈ, ਜਾਂ ਬੰਦੇ ਗੁਜ਼ਰ ਗਏ ਹੁਣ ਉਹ ਇਸ ਟਾਈਮ ਤੇ ਮਤਲਬ ਅਲਾਈਵ ਨਹੀਂ ਹੈਗੇ, ਉਹ ਵੀ ਹੈ ਨਹੀਂ ਜੀ। ਸੋ ਵੋਟਰ ਫਰਾਡ ਤਾਂ ਕਿਸੇ ਪਾਸੇ ਵੀ ਨਹੀਂ ਬਣਦਾ। ਤੇ ਸਿਰਫ ਇਹ ਕਹੀ ਜਾਣਾ ਕਿ ਜਿਹਨੇ ਮੇਲ 'ਚ ਵੋਟ ਪਾਈ ਹੈ ਗਲਤੀ ਪਾਈ ਹੋਣੀ ਆ, ਉਹ ਤਾਂ ਐਂ ਤਾਂ ਮੇਲ 'ਚ ਵੋਟਾਂ ਜਿਹੜੀਆਂ ਹੈਗੀਆਂ ਟਰੰਪ ਨੂੰ ਵੀ ਪਈਆਂ ਨੇ। ਜਿਹੜੀਆਂ ਮਤਲਬ ਸਟੇਟਾਂ 'ਚ ਟਰੰਪ ਜਿੱਤੇ ਨੇ, ਜਿਵੇਂ ਕਿ ਇਹ ਫਲੋਰੀਡਾ ਜਿੱਤੇ ਆ, ਟੈਕਸਸ ਜਿੱਤੇ ਆ, ਜਾਂ ਓਹਾਇਓ ਜਿੱਤੇ ਨੇ, ਉਹ ਵੀ ਇੱਕ ਬੈਟਲ ਗਰਾਊਂਡ ਸਟੇਟ ਸੀ। ਫਲੋਰੀਡਾ ਬੈਟਲ ਗਰਾਊਂਡ ਸਟੇਟ ਸੀਗੀ। ਮਤਲਬ ਉਹਨਾਂ ਸਟੇਟਾਂ ਦੇ ਵਿੱਚ ਤਾਂ ਇਹ ਗੱਲ ਕਹਿ ਨਹੀਂ ਰਹੇ ਵੀ ਉੱਥੇ ਜਿਹੜੀਆਂ ਮਤਲਬ ਵੋਟਾਂ ਮੇਲ 'ਚ ਆਈਆਂ ਉਹ ਗਲਤ ਆਈਆਂ, ਤੇ ਜਿਹੜੀਆਂ ਮਤਲਬ ਪੈਨਸਿਲਵੇਨੀਆ, ਵਿਸਕੌਨਸਿਨ ਤੇ ਮਿਸ਼ੀਗਨ 'ਚ ਆਈਆਂ ਜਾਂ ਜਾਰਜੀਆ 'ਚ, ਉਹ ਗਲਤ ਆਈਆਂ ਕਿਉਂਕਿ ਇਹ ਹਾਰ ਗਏ। ਸੋ ਇਸ ਕਰਕੇ ਇਹ ਗੱਲ ਜਿਹੜੀ ਹੈ ਇਹ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਾਸੇ ਲੱਗਣੀ ਹੈ ਜੀ। ਬਹੁਤ ਸਾਰੀ ਜਾਣਕਾਰੀ ਤੁਸੀਂ ਦੇ ਦਿੱਤੀ ਆ ਕਿ ਜਿਹੜੇ ਅਮਰੀਕਾ 'ਚ ਇਸ ਵੇਲੇ, ਕਿਉਂਕਿ ਸਾਰੀ ਦੁਨੀਆ ਦੀ ਜਿਹੜੀ ਨਿਗਾਹ ਉਹ ਅਮਰੀਕਾ 'ਤੇ ਲੱਗੀ ਹੋਈ ਆ, ਤੇ ਇੱਥੋਂ ਦੀ ਪੋਲਿਟਿਕਸ ਜਿਹੜੀ ਆ ਕਹਿੰਦੇ ਉਹ ਵਰਲਡ ਵਾਈਡ ਹੀ ਜਿਹੜੀ ਆ ਉਹ ਰੂਲ ਕਰਦੀ ਆ, ਤੇ ਇੱਕ ਬਹੁਤ ਅਹਿਮ ਅਹੁਦਾ ਰਾਸ਼ਟਰਪਤੀ ਦਾ ਅਮਰੀਕਾ ਦੇ, ਤੇ ਉਸ ਕਰਕੇ ਤੇ ਇਹ ਸਾਨੂੰ ਅਪਡੇਟ ਕਰਨਾ ਵੀ ਜ਼ਰੂਰੀ ਹੁੰਦਾ। ਸਰਦਾਰ ਜਸਪ੍ਰੀਤ ਸਿੰਘ ਜੀ, ਇਸ ਤੋਂ ਪਹਿਲਾਂ ਕਿ ਅਸੀਂ ਸਵਾਲ ਜਵਾਬ ਜਿਹੜੇ ਸਾਡੇ ਦਰਸ਼ਕਾਂ ਦੇ ਸਾਨੂੰ ਆਏ ਆ, ਅਸੀਂ ਚਾਹਾਂਗੇ ਕਿ ਜਿਹੜਾ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਦਾ ਫੋਨ ਨੰਬਰ ਆ ਉਹ ਤੁਹਾਨੂੰ ਦੱਸ ਦਈਏ, 9179154142। ਤੁਸੀਂ ਕਦੇ ਵੀ ਇਹਨਾਂ ਨੂੰ ਉੱਥੇ ਮੈਸੇਜ ਜਿਹੜਾ ਉਹ ਛੱਡ ਸਕਦੇ ਹੋ, ਤੇ ਤੁਹਾਡਾ ਉਹ ਮੈਸੇਜ ਦਾ ਜਵਾਬ ਜਲਦ ਤੋਂ ਜਲਦ ਦਿੱਤਾ ਜਾਊਗਾ। ਸਾਡੇ ਜਿਹੜੇ ਵੈਬਸਾਈਟ ਜਾਂ ਸੋਸ਼ਲ ਮੀਡੀਆ ਜਿਹੜੇ ਚੱਲ ਰਹੇ ਆ, ਉਹਦੇ ਉੱਤੇ ਵੀ ਤੁਸੀਂ ਸਰਦਾਰ ਜਸਪ੍ਰੀਤ ਸਿੰਘ ਹੋਰਾਂ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਵੀ ਤੁਸੀਂ ਦੇਖ ਸਕਦੇ ਹੋ। ਉਹਦੇ ਵਿੱਚ ਵੀ ਆਪਣੇ ਜਿਹੜੇ ਆਉਣ ਵਾਲੀ ਐਪੀਸੋਡ ਲਈ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਛੱਡ ਸਕਦੇ ਹੋ, ਤਾਂ ਕਿ ਅਗਲੇ ਐਪੀਸੋਡ ਵਿੱਚ ਅਸੀਂ ਤੁਹਾਡੇ ਸਵਾਲਾਂ ਦਾ ਇਮੀਗ੍ਰੇਸ਼ਨ ਬਾਬਤ ਜਿਹੜਾ ਉਹ ਜਵਾਬ ਦੇ ਸਕੀਏ। ਪਹਿਲਾ ਸਵਾਲ ਸਾਡੇ ਦਰਸ਼ਕਾਂ ਨੇ ਕੀਤਾ ਜੀ, ਅਸੈਲਮ ਗ੍ਰਾਂਟਡ ਹੋ ਗਈ ਆ, ਗ੍ਰੀਨ ਕਾਰਡ ਜਿਹੜਾ ਉਹ 2019 'ਚ ਆ ਗਿਆ ਸੀ, ਤੇ ਫਿੰਗਰਪ੍ਰਿੰਟਸ ਨਹੀਂ ਆਏ ਹਾਲੇ ਤੱਕ। ਨਹੀਂ, ਗ੍ਰੀਨ ਕਾਰਡ ਇਹਨਾਂ ਨੇ ਅਪਲਾਈ ਕੀਤਾ ਹੋਣਾ, ਅਜੇ ਗ੍ਰੀਨ ਕਾਰਡ ਆਇਆ ਨਹੀਂ ਹੋਣਾ ਜਿਹੜਾ 19 'ਚ ਅਪਲਾਈ ਕੀਤਾ, ਲਿਖਿਆ ਨਾ ਇਸੇ ਤਰੀਕੇ ਨਾਲ। ਹਾਂ, ਪਰ ਉਹ ਮੇਰਾ ਖਿਆਲ ਆ ਵੀ ਅਜੇ, ਕਿਉਂਕਿ ਜੇ ਫਿੰਗਰਪ੍ਰਿੰਟ ਹੋਈ ਨਹੀਂ ਤਾਂ ਗ੍ਰੀਨ ਕਾਰਡ ਕਿੱਥੋਂ ਆ ਗਿਆ। ਜੀ ਜੀ। ਇਹਦਾ ਮਤਲਬ ਹੈ ਵੀ ਅਪਲਾਈ ਕੀਤਾ ਜੇ ਨਹੀਂ ਆਇਆ ਫਿੰਗਰਪ੍ਰਿੰਟ ਨੂੰ। ਵੈਸੇ ਹੁਣ ਤਾਂ ਆ ਰਹੇ ਨੇ ਫਿੰਗਰਪ੍ਰਿੰਟ ਜੀ, ਤੇ ਉਦੋਂ ਸੀਗੀ ਡਿਲੇ ਕੋਈ ਕੋਵਿਡ ਕਰਕੇ, ਪਰ ਹੁਣ ਆ ਰਹੇ ਨੇ। ਇਹਨਾਂ ਨੂੰ ਚਾਹੀਦਾ ਵੀ ਇਮੀਗ੍ਰੇਸ਼ਨ ਤੋਂ ਪਤਾ ਕਰਨ ਜਿੱਥੇ ਇਹਨਾਂ ਨੇ ਅਪਲਾਈ ਕੀਤਾ, ਉਹ ਜਿਹੜਾ ਰਸੀਦ ਨੋਟਿਸ ਆਇਆ ਉਹਦੇ ਉੱਤੇ ਫੋਨ ਨੰਬਰ ਹੁੰਦਾ, ਜੇ ਇਹਨਾਂ ਦਾ ਕੋਈ ਵਕੀਲ ਆ ਤਾਂ ਉਹਨੂੰ ਕੰਟੈਕਟ ਕਰਨ, ਤੇ ਇਮੀਗ੍ਰੇਸ਼ਨ ਨੂੰ ਕੰਟੈਕਟ ਕਰਕੇ ਫਿੰਗਰਪ੍ਰਿੰਟ ਮੰਗਾਉਣੇ ਚਾਹੀਦੇ ਨੇ। ਫਿੰਗਰਪ੍ਰਿੰਟ ਆ ਰਹੇ ਨੇ ਹੁਣ। ਜੀ ਜੀ। ਅਗਲਾ ਸਵਾਲ ਹੈ ਜੀ, ਮੇਰੇ ਕੋਲ R1 ਵੀਜ਼ਾ I-360 ਕੇਸ ਲੱਗਾ ਹੋਇਆ, 14 ਮਹੀਨੇ ਹੋ ਗਏ ਆ, ਕੋਈ ਅਪਡੇਟ ਨਹੀਂ ਆਈ। ਦੇਖੋ, R1 ਤੋਂ ਬਾਅਦ ਮਤਲਬ ਬੇਸਿਕਲੀ ਇਹ ਹੁੰਦਾ ਵੀ ਜਿਹੜਾ R1 ਵੀਜ਼ਾ ਜੇ ਉੱਤੇ 2 ਸਾਲ ਬੰਦਾ ਰਹਿ ਜਾਵੇ ਐਜ਼ EMPLOYE, ਮਤਲਬ ਗੁਰਦੁਆਰੇ ਦਾ ਰਿਲੀਜੀਅਸ ਵੀਜ਼ਾ, ਰਿਲੀਜੀਅਸ ਵੀਜ਼ਾ ਗੁਰਦੁਆਰਿਆਂ ਦੇ ਪ੍ਰੀਸ ਦਾ ਜਾਂ ਮੰਦਰਾਂ ਦੇ। ਜੀ ਜੀ। ਜੇ 2 ਸਾਲ ਬੰਦਾ ਰਹਿ ਜਾਵੇ ਉਹਦੇ ਤੇ, ਤਾਂ ਉਹ ਕੀ ਕਰਦੇ ਆ ਕਿ ਉਸ ਤੋਂ ਬਾਅਦ ਉਹ ਗ੍ਰੀਨ ਕਾਰਡ ਅਪਲਾਈ ਹੋ ਸਕਦਾ। ਤੇ ਉਹ ਜਿਹੜੀ ਪਟੀਸ਼ਨ ਉਹ ਲਾਈ ਆ, ਤੇ ਇਹਦੇ ਵਿੱਚ ਇਹ ਆ ਕਿ ਜੇ ਇਹ ਪਟੀਸ਼ਨ ਅਪਰੂਵ ਹੁੰਦੀ ਆ ਤਾਂ ਉਸ ਤੋਂ ਬਾਅਦ ਅੱਗੇ ਫਿਰ ਇਹ ਜਿਹੜਾ ਹੁੰਦਾ ਅਗਲਾ ਸਟੈਪ ਤੇ ਜਾ ਸਕਦੇ ਗ੍ਰੀਨ ਕਾਰਡ ਦੇ। ਜੀ। ਤੇ ਇਹਨੂੰ ਟਾਈਮ ਲੱਗ ਰਿਹਾ, ਤੇ ਬਾਕੀ ਕੁਛ ਤਾਂ ਕੋਵਿਡ ਕਰਕੇ ਡਿਲੇ ਹੋਈ ਆ, ਤੇ ਇਹਨਾਂ ਨੂੰ ਵੀ ਚਾਹੀਦਾ ਕਿ ਇਹਦਾ ਮਤਲਬ ਪਤਾ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਹੁਣ ਤਾਂ ਪਟੀਸ਼ਨਾਂ ਨਿਕਲ ਰਹੀਆਂ ਨੇ, ਤੇ ਇਹ ਉਹਦੇ ਬਾਰੇ ਇਮੀਗ੍ਰੇਸ਼ਨ ਨਾਲ ਕੰਟੈਕਟ ਕਰਨ। ਜੇ ਇਹਨਾਂ ਦਾ ਕੋਈ ਵਕੀਲ ਆ, ਮੇਰੇ ਖਿਆਲ ਹੋਊਗਾ ਇਸ 'ਚ, ਤੇ ਉਹਨੂੰ ਕਹਿਣ ਵੀ ਉਹ ਪਤਾ ਕਰੇ ਇਮੀਗ੍ਰੇਸ਼ਨ। ਜੀ। ਅਗਲਾ ਸਵਾਲ ਹੈ ਜੀ, ਮੇਰਾ K1 ਵੀਜ਼ਾ ਹੈ, K1 ਵੀਜ਼ਾ ਦੀ ਇੰਟਰਵਿਊ ਤੇ ਕੋਈ ਬੈਨ ਤਾਂ ਨਹੀਂ ਲੱਗਾ? ਨਹੀਂ, ਉਹ ਤੇ ਕੋਈ ਬੈਨ ਨਹੀਂ ਹੈਗਾ। ਇਹ ਜਿਹੜਾ ਬੈਨ ਆ ਇਹ ਸਿਰਫ ਜਾਂ ਤਾਂ H1 ਤੇ ਆ ਜੀ, ਜਾਂ ਇਹ ਸਟੂਡੈਂਟ ਵੀਜ਼ੇ ਤੇ ਆ, F1 ਹੁੰਦਾ, K1 ਤੇ ਕੋਈ ਬੈਨ ਨਹੀਂ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਹੇ ਆ ਜੀ, ਅਸੈਲਮ ਕੇਸ ਉਹ ਕਿੰਨੀ ਦੇਰ ਚੱਲਦਾ? ਇਹ ਤਾਂ ਡਿਪੈਂਡ ਕਰਦਾ ਕਿ ਕੇਸ ਕਿਹੜੀ, ਕਿਉਂਕਿ ਇਹਦੀਆਂ ਅੱਡ-ਅੱਡ ਸਟੇਜਸ ਹੁੰਦੀਆਂ ਨੇ ਜੀ। ਸੋ ਜਿਹੜੀ ਮਤਲਬ ਪਹਿਲੀ ਸਟੇਜ ਹੈਗੀ ਆ
ਜੇ ਤਾਂ ਬੰਦਾ ਮਤਲਬ ਫੜਿਆ ਨਹੀਂ ਗਿਆ, ਡਿਟੇਨ ਨਹੀਂ ਹੋਇਆ, ਤਾਂ ਪਹਿਲਾਂ ਉਹ ਅਸੈਲਮ ਆਫਿਸ 'ਚ ਕੇਸ ਲਾਉਣਾ ਪੈਂਦਾ, ਉਸ ਤੋਂ ਬਾਅਦ ਕੋਰਟ 'ਚ ਜਾਂਦਾ, ਫਿਰ ਅੱਗੇ ਇਸ ਤਰ੍ਹਾਂ ਚੱਲਦਾ ਜੀ। ਜਿਹੜਾ ਫੜਿਆ ਜਾਵੇ ਤੇ ਉਹ ਬੌਂਡ ਤੇ ਬਾਹਰ ਆਵੇ, ਉਹਦਾ ਸਿੱਧਾ ਹੀ ਕੋਰਟ ਚਲਾ ਜਾਂਦਾ, ਉਹਨੂੰ ਸਿੱਧਾ ਰਿਮੂਵਲ ਪ੍ਰੋਸੀਡਿੰਗ 'ਚ ਪਾ ਦਿੰਦੇ ਆ। ਤੇ ਜਿਹੜਾ ਤਾਂ ਅਸੈਲਮ ਆਫਿਸ ਵਾਲੀ ਸਟੇਜ ਆ, ਇਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਤੋਂ ਪਹਿਲਾਂ ਇਹ ਸੀਗਾ, ਓਬਾਮੇ ਵੇਲੇ ਕਿ ਪਹਿਲਾਂ ਅਪਲਾਈ ਕਰਦੇ ਸੀ, ਉਦੋਂ ਬਾਅਦ ਫਿੰਗਰਪ੍ਰਿੰਟ ਤੋਂ ਬਾਅਦ ਵਰਕ ਪਰਮਿਟ ਆ ਜਾਂਦਾ ਸੀ, ਉਸ ਤੋਂ ਬਾਅਦ ਡੇਟ ਜਿਹੜੀ ਆ ਉਹ 1.5 ਸਾਲ 2 ਸਾਲਾਂ 'ਚ ਆਉਂਦੀ ਸੀ ਜੀ। ਇਹਨਾਂ ਨੇ ਚੇਂਜ ਕਰਤਾ ਆ ਕੇ, ਇਹਨਾਂ ਨੇ ਕਿਹਾ ਵੀ ਫਰਵਰੀ ਤੋਂ ਬਾਅਦ ਜਿਹੜਾ ਵੀ ਅਪਲਾਈ ਕਰੂਗਾ ਉਹਦੀ ਡੇਟ 1 ਮਹੀਨੇ 1.5 ਮਹੀਨੇ 'ਚ ਆ ਜੂਗੀ, ਤੇ ਪਹਿਲੀਆਂ ਨਹੀਂ ਆਉਣਗੀਆਂ। ਸੋ ਜਿਹੜੇ ਫਰਵਰੀ ਤੋਂ ਬਾਅਦ ਅਪਲਾਈ ਹੋਏ ਉਹਨਾਂ ਦੇ ਕਈਆਂ ਦੇ ਡੇਟਾਂ ਆਈਆਂ, ਕਈਆਂ ਦੇ ਨਹੀਂ ਆਈਆਂ, ਪਰ ਜ਼ਿਆਦਾ ਲੋਕਾਂ ਦੇ ਕਹਿ ਲਓ ਆਈਆਂ ਜੀ। ਉਦੋਂ ਡੇਟ ਤਾਂ ਮਹੀਨੇ 1.5 ਮਹੀਨੇ 'ਚ ਵੀ ਆ ਜਾਂਦੀ ਸੀਗੀ, 21 ਦਿਨ 'ਚ ਵੀ ਆਉਂਦੀ ਰਹੀ ਆ। ਪਰ ਜਦੋਂ ਕੋਵਿਡ ਆ ਗਿਆ ਉਦੋਂ ਬਾਅਦ ਜਿਹੜੀ ਪਹਿਲੀ ਆ ਡੇਟ ਉਹਨੂੰ ਡਿਲੇ ਹੋ ਗਈ। ਮਤਲਬ ਹੁਣ ਜਿਹੜੇ ਕੇਸ ਆਹ ਸਾਲ 'ਚ ਅਪਲਾਈ ਹੋਏ ਆ 2020 'ਚ, ਉਹਨਾਂ ਵਿੱਚ ਨਵਿਆਂ ਦੇ ਵਿੱਚ ਡੇਟਾਂ ਬਹੁਤ ਘੱਟ ਆਈਆਂ, ਤੇ ਉਹਦਾ ਤੇ ਆ ਵੀ ਹੁਣ ਜਿਵੇਂ ਹੁਣ ਫੇਰ ਲਾਕਡਾਊਨ ਹੋ ਗਿਆ, ਤੇ ਹੁਣ ਮਾਰਚ ਅਪ੍ਰੈਲ ਤੱਕ ਜੇ ਚੱਲਣਾ ਤਾਂ ਉਹ 'ਚ ਡੇਟਾਂ ਨਹੀਂ ਆਉਣਗੀਆਂ। ਹੁਣ ਨਵੀਂ ਐਡਮਿਨਿਸਟ੍ਰੇਸ਼ਨ ਆ ਜਾਣੀ ਆ ਜੀ, ਤੇ ਜੋ ਨਵੀਂ ਐਡਮਿਨਿਸਟ੍ਰੇਸ਼ਨ ਆ ਜਾਣੀ ਆ ਤਾਂ ਹੋ ਸਕਦਾ ਇਹ ਪਾਲਿਸੀ ਜਿਹੜੀ ਆ ਟਰੰਪ ਵਾਲੀ ਰਿਵਰਸ ਕਰ ਦੇਣ, ਤੇ ਉਹ ਜਿਹੜੀ ਪਾਲਿਸੀ ਓਬਾਮੇ ਵਾਲੀ ਉਹ ਆ ਜਾਵੇ ਵੀ ਜਿਹੜੇ ਪਹਿਲਾਂ ਆਏ ਉਹਨਾਂ ਨੂੰ ਡੇਟ ਦਿਓ। ਕਿਉਂਕਿ ਇਹ ਵੀ ਇੱਕ ਕਿਸਮ ਦਾ ਇਨਜਸਟਿਸ ਆ ਕਿ ਜਿਹੜਾ ਜਿਹਨੇ 16 'ਚ ਅਪਲਾਈ ਕੀਤਾ ਕੇਸ 17 ਜੀ ਉਹ ਰਹਿ ਗਏ, ਉਹਨੂੰ ਇੰਟਰਵਿਊ ਨਹੀਂ ਆਈ, ਤੇ ਜਿਹੜਾ ਬੰਦਾ ਆ ਕੇ 2020 ਜਾਂ 19 'ਚ ਕਰ ਰਿਹਾ ਉਹਨੂੰ ਡੇਟ ਪਹਿਲਾਂ ਆ ਰਹੀ ਆ। ਇਹ ਵੀ ਕਿੱਧਰ ਦਾ ਇਨਸਾਫ ਆ ਜੀ। ਸੋ ਜ਼ਿਆਦਾ ਤੁਸੀਂ ਡੇਟ ਸਾਰਿਆਂ ਨੂੰ ਦਿਓ, ਉਹਨਾਂ ਨੂੰ ਵੀ ਦਿਓ, ਨਵਿਆਂ ਨੂੰ ਵੀ ਦਿਓ, ਪਰ ਇਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ, ਇੰਨੇ ਅਫਸਰ ਨਹੀਂ ਗਏ। ਸੋ ਇਹਨਾਂ ਨੇ ਕੀਤਾ ਸੀ ਬੇਸਿਕਲੀ, ਜਿਹੜਾ ਟਰੰਪ ਨੇ ਵੀ ਵਰਕ ਪਰਮਿਟ ਰੋਕਣ ਲਈ ਕਿ ਡੇਟ ਆ ਜਾਵੇ, ਜਿਹੜੇ ਬੰਦੇ ਦਾ ਕੇਸ ਫੇਲ ਹੋ ਗਿਆ ਉਹਨੂੰ ਕੋਰਟ 'ਚ ਭੇਜੋ ਤੇ ਵਰਕ ਪਰਮਿਟ ਤਾਂ ਕੇ ਰੋਕ ਸਕੇ ਜੀ, ਪਰ ਉਹਦਾ ਇੰਨਾ ਜ਼ਿਆਦਾ ਅਸਰ ਨਹੀਂ ਹੋਇਆ। ਸੋ ਇਸ ਕਰਕੇ ਇਹਦੀ ਪਾਲਿਸੀ ਦਾ ਹੁਣ ਪਤਾ ਲੱਗੂਗੀ ਕੀ ਹੁੰਦੀ ਹੈ, ਜੋ ਕਿ ਸਾਨੂੰ ਲੱਗ ਰਿਹਾ ਕਿ ਅਗਲੇ ਸਾਲ ਦੇ ਵਿੱਚ ਜਿਹੜੇ ਪੁਰਾਣੇ ਕੇਸ ਨੇ ਜਿਨ੍ਹਾਂ ਨੂੰ ਹੁਣ ਫਿਕਰ ਆ ਵੀ ਬਹੁਤ ਸਾਲ ਲੱਗ ਰਹੇ, ਜਿਵੇਂ ਕਿਸੇ ਨੇ 17 'ਚ ਕੀਤਾ, ਹੋ ਸਕਦਾ ਇਹਨਾਂ ਨੇ ਵੀ ਜਿਹਨਾਂ ਦੇ ਕਿਸੇ ਰਿਲੇਟਿਵ ਨੇ ਜਿਹਨਾਂ ਨੇ ਆਪ ਉਦੋਂ ਕੀਤਾ ਹੋਵੇ, ਡੇਟ ਹੀ ਨਹੀਂ ਆਈ, 4 ਸਾਲ ਹੋ ਗਏ ਜੀ, ਉਹੋ ਜਿਹਾ ਨੂੰ ਮੇਰਾ ਖਿਆਲ ਆ ਵੀ ਹੁਣ ਡੇਟ ਆਉਣ ਦੀ ਉਮੀਦ ਹੋ ਜਾਣੀ ਆ, ਕਿਉਂਕਿ ਇਹਨਾਂ ਦੀ ਪਾਲਿਸੀ ਇਹ ਹੋ ਸਕਦੀ ਹੈ ਸਰਕਾਰ ਦੀ ਵੀ ਜਿਹੜੇ ਪਹਿਲੇ ਆ ਉਹਨਾਂ ਨੂੰ ਡੇਟਾਂ ਦਿਓ। ਜਿਹੜਾ ਕੋਰਟ ਆ ਉਹਦੇ ਵਿੱਚ ਇਹ ਆ ਕਿ ਜਦੋਂ ਮਤਲਬ ਮਾਸਟਰ ਹੀਅਰਿੰਗ ਡੇਟ ਆਉਂਦੀ ਆ, ਉਸ ਤੋਂ ਬਾਅਦ ਹਰੇਕ ਕੋਰਟ ਦਾ ਆਪਣਾ ਹਿਸਾਬ ਆ। ਕਈ ਕੋਰਟਾਂ ਦੇ ਵਿੱਚ ਤਾਂ ਡੇਟ ਜਿਹੜੀ ਹੈਗੀ ਉਹ ਜਲਦੀ ਦੇ ਜਾਂਦੇ ਆ, 3-3 ਮਹੀਨੇ 6-6 ਮਹੀਨੇ 'ਚ ਵੀ ਦੇਈ ਜਾਂਦੇ ਆ, ਕਈਆਂ ਦੇ ਵਿੱਚ ਸਾਲ 1.5 ਸਾਲ ਦੇ ਵਿੱਚ ਡੇਟ ਮਿਲਦੀ ਆ, ਤੇ ਉਹਦੇ ਵਿੱਚ ਵੀ ਆਪਣੀ ਮਰਜ਼ੀ ਹੁੰਦੀ। ਕਈ ਵਾਰੀ ਮਤਲਬ ਜਿਹੜੇ ਜੱਜ ਪੁੱਛ ਲੈਂਦੇ ਨੇ ਕਿ ਪਹਿਲੀ ਡੇਟ ਅਵੇਲੇਬਲ ਆ, ਜੇ ਵਕੀਲ ਲੈ ਲਵੇ ਤਾਂ ਜਾਂ ਜਿਹਦਾ ਕੇਸ ਆ ਉਹ ਕਹਿ ਦੇਵੇ ਮੈਂ ਠੀਕ ਆ ਤਿਆਰ ਆ, ਤਾਂ ਫਿਰ 3-4 ਮਹੀਨੇ 'ਚ ਵੀ ਦੇ ਦਿੰਦੇ ਆ। ਪਰ ਜੇ ਉਹ ਕਹਿ ਦੇਵੇ ਵੀ ਨਹੀਂ ਅਸੀਂ ਇੰਨੀ ਜਲਦੀ ਨਹੀਂ ਤਿਆਰ, ਤਾਂ ਫਿਰ ਉਹ ਸਾਲ 1.5 ਸਾਲ ਦੀ ਡੇਟ ਅੱਗੇ ਪੈ ਸਕਦੀ, 2 ਸਾਲ ਦੀ ਪੈ ਸਕਦੀ, ਉਹ ਕਈ ਵਾਰ ਵਰਕ ਪਰਮਿਟ ਰੁਕ ਜਾਂਦਾ, ਬਲੌਕ ਬੰਦ ਕਰ ਦਿੰਦੇ ਆ। ਸੋ ਇਸ ਕਰਕੇ ਇਹ ਹਰੇਕ ਕੋਰਟ ਦੇ ਆ ਵੀ ਉਹਦੇ ਕੋਲ ਕੰਮ ਕਿੰਨਾ ਕੁ ਆ। ਜਿਹੜੀਆਂ ਕੋਰਟਾਂ ਦੇ ਵਿੱਚ ਕੇਸ ਘੱਟ ਨੇ ਉੱਥੇ ਜਿਹੜਾ ਡੇਟਾ ਦਾ ਟਾਈਮ ਹੈਗਾ ਫਾਈਨਲ ਡੇਟ ਦਾ ਐਨੀਵੇਅਰ ਬਿਟਵੀਨ ਮਤਲਬ 3 ਮਹੀਨੇ ਤੋਂ 6 ਮਹੀਨੇ ਆ ਜੀ। ਜਿੱਥੇ ਕੰਮ ਜ਼ਿਆਦਾ ਉੱਥੇ ਆਲਮੋਸਟ 6 ਮਹੀਨੇ ਤੋਂ ਸਾਲ ਤੋਂ 1.5 ਸਾਲ ਦੀ ਵੇਟ ਆ ਜੀ। ਜੀ ਸਾਡੇ ਦਰਸ਼ਕਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ, ਅਮਰੀਕਾ ਦੇ ਪ੍ਰਸਿੱਧ ਵਕੀਲ, ਬਹੁਤ ਸਾਰੇ ਮਤਲਬ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਨੇ ਜਿਹੜੇ ਅਸੈਲਮ ਕੇਸ ਆ ਉਹ ਪਾਸ ਕਰਵਾਏ ਆ। ਤੁਹਾਡੇ ਕੋਲ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 9179154142 ਜਾਂ ਸਾਡੇ ਸੋਸ਼ਲ ਮੀਡੀਆ ਤੇ ਤੁਸੀਂ ਆਪਣਾ ਸਵਾਲ ਛੱਡ ਸਕਦੇ ਹੋ ਤਾਂ ਕਿ ਅਸੀਂ ਅਗਲੇ ਪ੍ਰੋਗਰਾਮ ਵਿੱਚ ਉਸ ਸਵਾਲ ਨੂੰ ਇਹਨਾਂ ਤੱਕ ਪਹੁੰਚਾ ਸਕੀਏ। ਅਗਲਾ ਸਵਾਲ ਹੈ ਜੀ, F4 ਵੀਜ਼ਾ ਬਾਰੇ ਅਪਡੇਟ ਕਰੋ ਜੀ। ਦੇਖੋ ਜਿਹੜੀ ਇਹ ਮਤਲਬ ਪਹਿਲਾਂ ਤਾਂ ਇਹ ਦੱਸ ਦਿਓ F4 ਹੈਗਾ ਕੀ ਆ। ਇਹ ਕੈਟਾਗਰੀ ਆ ਤਾਂ ਭੈਣ ਭਰਾ ਮਤਲਬ ਜਿਹੜਾ US ਸਿਟੀਜ਼ਨ ਆਪਣੇ ਭਰਾਵਾਂ ਦਾ ਅਪਲਾਈ ਕਰਦਾ ਜੀ। ਸੋ ਭੈਣ ਭਰਾ ਦੀ ਕੈਟਾਗਰੀ ਆ, ਜਿਹੜੇ ਭੈਣ ਭਰਾ ਦੇ 21 ਸਾਲ ਤੋਂ ਘੱਟ ਬੱਚੇ ਉਹ ਆ ਸਕਦੇ ਆ, ਲੇਕਿਨ ਜਿਹੜੇ 21 ਤੋਂ ਉੱਪਰ ਵੀ ਹੋ ਗਏ ਮਤਲਬ ਅਪਲਾਈ ਹੋਣ ਤੋਂ ਬਾਅਦ, ਉਹ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਜਿਹੜੀ ਹੈਗੀ ਕੈਲਕੂਲੇਸ਼ਨ ਉਹਦੇ 'ਚ ਆਉਂਦੇ ਆ ਤਾਂ ਉਹ ਵੀ ਆ ਸਕਦੇ ਆ। ਸੋ ਇਹਦੇ 'ਚ ਬੇਸਿਕਲੀ ਇਹ ਆ ਕਿ ਇਹ ਤੇ 2005 ਚੱਲ ਰਿਹਾ ਸੀਗਾ, ਉਦੋਂ ਲੱਗ ਗਿਆ ਬੈਨ, ਤੇ ਹੁਣ ਜਦੋਂ ਬੈਨ ਖੁੱਲੂਗਾ ਤਾਂ 2005 ਹੀ ਚੱਲੂ। ਉਦੋਂ ਹੁਣ ਦੇਖਣਾ ਵੀ ਅੱਗੇ ਉਸ ਤੋਂ ਇਲਾਵਾ ਵੀ ਕਿੰਨਾ ਕੁ ਤੇਜ਼ ਕਰਦੇ ਆ ਉਹਨੂੰ। ਸੋ ਫਿਲਹਾਲ ਇਹ ਤੇ 15 ਸਾਲ ਲੱਗ ਰਹੇ ਆ, ਤੇ ਇਹ ਹੁਣ ਹੋਪਫੁਲੀ ਤੋਂ ਬਾਈਡਨ ਆ ਜਾਣਗੇ, ਇਹ ਬੈਨ ਅੱਗੇ ਨਹੀਂ ਵਧੂਗਾ, ਤੇ ਫਿਰ ਸ਼ਾਇਦ ਉਹ ਕੁਝ ਤੇਜ਼ ਵੀ ਕਰਨ, ਤੇ ਫਿਰ ਆਪਾਂ ਉਦੋਂ ਬਾਅਦ ਦੱਸ ਸਕਾਂਗੇ ਵੀ ਕਿੰਨਾ ਟਾਈਮ ਲੱਗੂ। ਪਰ ਫਿਲਹਾਲ 2005 ਚੱਲ ਰਿਹਾ ਸੀ। ਜੇ ਬਾਈਡਨ ਪ੍ਰੈਜ਼ੀਡੈਂਟ ਦੇ ਤੌਰ ਤੇ ਜਦੋਂ ਸਹੁੰ ਚੱਕ ਲੈਣਗੇ, ਕੀ ਇਹ ਜਿਹੜੇ ਪ੍ਰੋਸੈਸ ਆ ਸਾਰੇ ਰੁਕੇ ਹੋਏ ਪ੍ਰੋਸੈਸਾਂ ਨੂੰ ਤੇਜ਼ ਵੀ ਕੀਤਾ ਜਾ ਸਕਦਾ? ਸਰਕਾਰ ਕਰ ਸਕਦੀ, ਕਰਨਾ ਚਾਹੇ, ਮਤਲਬ ਬਹੁਤ ਜ਼ਿਆਦਾ ਤਾਂ ਨਹੀਂ ਉਹ ਕਰ ਸਕਦੀ ਜਿਵੇਂ ਕਹਿਣ ਵੀ ਸਾਰਿਆਂ ਨੂੰ ਬੁਲਾ ਲਓ 2 ਸਾਲ 'ਚ, ਕਿਉਂਕਿ ਉਹਦੇ ਵਾਸਤੇ ਜਿਹੜੇ ਵੀਜ਼ਾ ਨੰਬਰ ਹੈਗੇ US ਕਾਂਗਰਸ ਅਲਾਟ ਕਰਦੀ ਆ। ਪਰ ਇਹ ਹੁੰਦਾ ਵੀ ਕਈ ਇਹਨਾਂ ਨੇ ਜਿਹੜਾ ਆਪ ਹੀ ਰੋਕੇ ਆ, ਜਾਂ ਜਿਵੇਂ ਹੁਣ ਪ੍ਰੈਜ਼ੀਡੈਂਟ ਟਰੰਪ ਦੀ ਕੋਈ ਸੀ ਕਿ ਵੀ ਘੱਟ ਬੰਦੇ ਆਉਣ, ਉਹਨੂੰ ਜੇ ਉਸ ਪਾਲਿਸੀ ਨੂੰ ਚੇਂਜ ਕਰਨ ਤਾਂ ਫਰਕ ਪੈ ਜਾਂਦਾ ਜੀ। ਹਾਂਜੀ
ਸਾਡੀ ਮਾਸੀ USA ਰਹਿੰਦੇ ਆ, ਸਾਨੂੰ ਕਦੋਂ ਅਪਲਾਈ ਕਰ ਸਕਦੇ ਆ, ਕੀ ਪ੍ਰੋਸੀਜਰ ਆ? ਦੇਖੋ ਉਹੀ ਆਪਾਂ F4 ਕੈਟਾਗਰੀ ਦੀ ਗੱਲ ਕਰਕੇ ਹਟੇ ਹਾਂ ਜੀ। ਸੋ ਉਹ ਜੇ ਮਤਲਬ ਸਿਟੀਜ਼ਨ ਬਣ ਜਾਣ ਤਾਂ ਉਹ ਆਪਣੇ ਭੈਣਾਂ ਤੇ ਭਰਾਵਾਂ ਨੂੰ ਕਰ ਸਕਦੇ ਆ, ਉਹਨਾਂ ਦੇ ਜਿਹੜੇ 21 ਸਾਲ ਤੋਂ ਘੱਟ ਬੱਚੇ ਆ ਉਹਨਾਂ ਨੂੰ ਕਰ ਸਕਦੇ ਆ। ਟਾਈਮ ਜਿਹੜਾ ਹੈਗਾ ਫਿਲਹਾਲ 15 ਸਾਲ ਲੱਗ ਰਿਹਾ, ਪਰ ਹੁਣ ਅੱਗੇ ਦੇਖਣ ਵਾਲੀ ਗੱਲ ਆ ਵੀ ਕਿੰਨਾ ਲੱਗੇਗਾ। ਜਿਹਦਾ ਪ੍ਰੈਜ਼ੀਡੈਂਟ ਟਰੰਪ ਜਿੱਤ ਜਾਂਦੇ ਫਿਰ ਤਾਂ ਉਮੀਦ ਨਹੀਂ ਸੀਗੀ ਵੀ ਬੈਨ ਵੀ ਖੁੱਲੇ ਵੀ ਇਹ ਕੈਟਾਗਰੀ ਦੁਬਾਰਾ ਚੱਲੂਗੀ ਵੀ ਕਿ ਨਹੀਂ। ਤੇ ਲੇਕਿਨ ਹੁਣ ਬਾਈਡਨ ਦੇ ਜਿੱਤਣ ਨਾਲ ਉਮੀਦ ਹੋ ਗਈ ਕਿ ਕੈਟਾਗਰੀ ਦੁਬਾਰਾ ਚੱਲੇਗੀ। ਸੋ 5 ਤੋਂ ਹੀ ਸ਼ੁਰੂ ਹੋਊਗਾ ਤਾਂ ਕਿੰਨਾ ਕੁ ਫਾਸਟ ਉਹਨੂੰ ਕਰਦੇ ਆ ਇਹ ਸਮਾਂ ਦੱਸੇਗਾ ਜੀ। ਪਰ ਉਹ ਸਿਟੀਜ਼ਨ ਬਣ ਕੇ ਅਪਲਾਈ ਕਰ ਸਕਦੇ ਜੀ। ਇਹਨਾਂ ਨਾਲ ਰਲਦਾ ਮਿਲਦਾ ਇੱਕ ਹੋਰ ਸਵਾਲ ਸਾਡੇ ਅਗਲੇ ਦਰਸ਼ਕ ਨੇ ਪੁੱਛਿਆ ਜੀ, ਸਿਬਲਿੰਗ ਦੇ ਬੱਚੇ ਜੋ ਕਿ 21 ਸਾਲ ਦੀ ਤੋਂ ਵੱਧ ਉਮਰ ਦੇ ਹਨ, ਉਹਨਾਂ ਬਾਰੇ ਜਾਣਕਾਰੀ ਦਿਓ। ਨਹੀਂ, ਜਿਹੜੇ ਸਿਬਲਿੰਗ ਤਾਂ ਉਹੀ ਜਿਹੜੇ ਭੈਣ ਭਰਾ ਹੋ ਗਏ, ਜੀ। ਉਹਦੀ ਉਹ ਕੈਟਾਗਰੀ ਇਹੀ F4 ਕੈਟਾਗਰੀ 'ਚ ਅਸੀਂ ਅਪਲਾਈ ਕਰਦੇ ਹਾਂ। ਇਹਨਾਂ ਦੇ ਬੱਚੇ ਜਿਹੜੇ ਆ ਉਹ ਜੇ 21 ਤੋਂ ਉੱਪਰ ਨੇ, ਜਿਹਦਾ ਅਪਲਾਈ ਕੀਤਾ ਹੋਇਆ ਜਦੋਂ 21 ਤੋਂ ਘੱਟ ਸੀਗੀ ਉਮਰ ਤੇ ਉਦੋਂ ਜਿਹੜੀ ਅਪਰੂਵਲ ਵੀ ਆ ਗਈ 21 ਤੋਂ ਘੱਟ, ਤੇ ਫਿਰ ਤਾਂ ਆਸ ਹੈ ਹੀ ਕਿਉਂਕਿ ਇੱਕ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਬਣਿਆ ਹੋਇਆ, ਉਹਦੇ ਮੁਤਾਬਕ ਇਹ ਆ ਵੀ ਜੇ ਉਮਰ 21 ਤੋਂ ਘੱਟ ਆ ਅਪਲਾਈ ਕਰਨ ਵੇਲੇ, ਲੇਕਿਨ ਬਾਅਦ ਦੇ ਵਿੱਚ ਚੱਲਦੇ ਕੇਸ 'ਚ 21 ਤੋਂ ਉੱਪਰ ਹੋ ਗਈ ਤਾਂ ਉਹਦੀ ਸਜ਼ਾ ਨਾ ਮਿਲੇ ਤਾਂ ਉਹਨੂੰ 21 ਤੋਂ ਘੱਟ ਹੀ ਗਿਣਿਆ ਜਾਵੇ। ਜੀ। ਉਹਦੀ ਇੱਕ ਖਾਸ ਕੈਲਕੂਲੇਸ਼ਨ ਹੁੰਦੀ ਆ ਵੀ ਕਦੋਂ ਅਪਲਾਈ ਕੀਤਾ, ਕਿੰਨੇ ਦਿਨ ਰਹਿ ਗਏ, ਉਹ 'ਚੋਂ ਉਹ ਦਿਨ ਕੱਢਣੇ ਪੈਂਦੇ, ਇੱਦਾਂ ਤਾਂ ਅਪਰੂਵਲ ਕਦੋਂ ਆਈ ਇਸ ਤਰ੍ਹਾਂ। ਜੀ। ਉਹਦੀ ਜਿਹੜੀ ਕੈਲਕੂਲੇਸ਼ਨ ਆ ਜੇ ਉਹਦੇ ਵਿੱਚੋਂ ਆਉਂਦੇ ਆ ਉਸ ਕੈਲਕੂਲੇਸ਼ਨ 'ਚ, ਤੇ ਫਿਰ ਮੈਨੂੰ ਲੱਗਦਾ ਵੀ ਮਤਲਬ 21 ਸਾਲ ਤੋਂ ਉੱਪਰ ਅਸੀਂ ਹੁਣ ਪਿਛਲੇ ਟਾਈਮ ਦੌਰਾਨ 26, 27 ਸਾਲ ਦੀ ਉਮਰ ਦੇ ਵੀ ਜਿਹੜੇ ਅਨਮੈਰਿਡ ਬੱਚੇ, ਪਰ ਉਹ 'ਚ ਇੱਕੋ ਹੀ ਸ਼ਰਤ ਆ ਵੀ ਅਨਮੈਰਿਡ ਹੋਵੇ ਤੇ ਡਿਪੈਂਡੈਂਟ ਹੋਵੇ। ਪਰ ਜੇ ਉਹ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ ਜਿਹੜੀ ਉਹਦੀ ਕੈਲਕੂਲੇਸ਼ਨ ਉਹਦੇ ਵਿੱਚ ਨਹੀਂ ਆਉਂਦੇ ਫਿਰ ਨਹੀਂ ਆ ਸਕਦੇ ਉਹ। ਓਕੇ। ਅਗਲਾ ਸਵਾਲ ਹੈ ਜੀ, ਟੂਰਿਸਟ ਵੀਜ਼ਾ ਜੇ ਅਸੀਂ ਲੈ ਕੇ ਆ ਜਾਈਏ US, ਤੇ ਕੀ ਅਸੀਂ ਸਿਟੀਜ਼ਨ ਕਿਵੇਂ ਹੋ ਸਕਦੇ ਇੱਥੇ ਜਾਂ ਪੱਕੇ ਕਿਵੇਂ ਹੋ ਸਕਦੇ? ਦੇਖੋ, ਟੂਰਿਸਟ ਵੀਜ਼ਾ ਲੈ ਕੇ ਇੱਥੇ ਅਮਰੀਕਾ ਦੇ ਵਿੱਚ ਜਦੋਂ ਬੰਦਾ ਆਉਂਦਾ ਉਹ ਪੱਕੇ ਹੋਣ ਲਈ ਨਹੀਂ ਆਉਂਦਾ, ਉਹ ਪਹਿਲਾਂ ਤਾਂ ਇਹ ਸ਼ਰਤ ਹੁੰਦੀ ਆ ਉੱਤੇ ਵੀ ਉਹ ਟਾਈਮ ਦੇ ਵਿੱਚ ਵਾਪਸ ਜਾਊਗਾ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿਹਨੇ ਟੂਰਿਸਟ ਲਿਆ ਉਹਨੂੰ ਵਾਪਸ ਮੁੜਨਾ ਚਾਹੀਦਾ, ਜੋ ਵੀ ਉਹਨੂੰ ਜਿੰਨੀ ਐਂਟਰੀ ਮਿਲਦੀ ਆ, ਆਮ ਤੌਰ 'ਤੇ 6 ਮਹੀਨੇ ਦੀ ਐਂਟਰੀ ਮਿਲਦੀ ਆ ਜੀ, ਜਾਂ ਉਹ ਐਂਟਰੀ ਵਧਾਵੇ ਤੇ ਜਾਂ ਵਾਪਸ ਜਾਵੇ। ਪਰ ਕਈ ਬੰਦੇ ਜਿਹੜੇ ਨੇ ਜਦੋਂ ਇੱਥੇ ਆ ਜਾਂਦੇ ਆ ਉਹਨਾਂ ਨੂੰ ਕੋਈ ਪਿੱਛੇ ਪ੍ਰੋਬਲਮ ਹੁੰਦੀ ਆ ਜਿਹੜੀ ਕਿ ਅਸਾਈਲਮ ਜਿਹੜੇ 5 ਗਰਾਊਂਡ ਨੇ ਉਹਨਾਂ ਵਿੱਚ ਆਉਂਦੀ ਆ, ਉਹਨਾਂ ਨੂੰ ਕੋਈ ਰੀਅਲ ਪ੍ਰੋਬਲਮ ਆ ਜਿਹੜੀ ਕਿ ਪਰਸੀਕਿਊਸ਼ਨ ਹੈਗੀ ਆ, ਜਿਵੇਂ ਕਿ ਉਹਨਾਂ ਦੀ ਫਰਜ਼ ਕਰੋ ਕਿਸੇ ਸਿਆਸੀ ਗੱਲ ਕਰਕੇ ਜੀ ਉੱਥੇ ਤੰਗ ਪਰੇਸ਼ਾਨੀ ਹੋਈ ਆ, ਕੁੱਟਮਾਰ ਹੋਈ ਆ, ਜਾਂ ਕਿਸੇ ਹੋਰ ਆਧਾਰ ਤੇ ਵੀ ਜਿਹੜੇ ਉਹ 5 ਗਰਾਊਂਡਾਂ 'ਚ ਆਉਂਦੇ ਆ ਤਾਂ ਉਹ ਬੰਦਿਆਂ ਕੋਲ ਉਹਦੇ ਪ੍ਰੂਫ ਹੁੰਦੇ ਨੇ ਤੇ ਉਹ ਸਾਬਤ ਕਰ ਸਕਦੇ ਆ, ਉਹ ਫਿਰ ਉਹ ਕੇਸ ਅਸਾਈਲਮ ਦਾ ਕੇਸ ਲਾ ਸਕਦੇ ਆ। ਜਾਂ ਕਈ ਬੰਦੇ ਹੁੰਦੇ ਨੇ ਜਿਹੜੇ ਉੱਥੋਂ ਅਨਮੈਰਿਡ ਆਉਂਦੇ ਆ ਤਾਂ ਇੱਥੇ ਆ ਕੇ ਸਿਟੀਜ਼ਨ ਨਾਲ ਵਿਆਹ ਹੋ ਜਾਂਦਾ, ਉਹ ਵਿਆਹ ਦਾ ਕੇਸ ਵੀ ਕਰ ਸਕਦੇ ਆ ਜੀ। ਕਈ ਬੰਦੇ ਜਿਹੜੇ ਹੈਗੇ ਆ ਯੰਗ, ਉਹ ਮਤਲਬ ਸਟੂਡੈਂਟ ਵੀਜ਼ੇ 'ਚ ਇਹਨੂੰ ਕਨਵਰਟ ਕਰ ਸਕਦੇ ਆ। ਸੋ ਇਹਨਾਂ ਸੂਰਤਾਂ ਦੇ ਵਿੱਚ ਉਹ ਕਰਕੇ ਉਹਨਾਂ ਨੂੰ ਫਿਰ ਜੇ ਉਹ ਕੇਸ ਅਪਰੂਵ ਹੋਣ ਤਾਂ ਹੌਲੀ ਹੌਲੀ ਗ੍ਰੀਨ ਕਾਰਡ ਦੇ ਰਾਹ ਪੈ ਸਕਦੇ ਆ। ਮਤਲਬ ਸਟੂਡੈਂਟ ਵੀਜ਼ੇ ਜਿਹੜੇ ਸਿਰਫ ਗ੍ਰੀਨ ਕਾਰਡ ਨਹੀਂ ਮਿਲਦਾ, ਉਹਨਾਂ ਦਾ ਪੜ੍ਹਨਾ ਪੈਂਦਾ, ਪੜ੍ਹਨ ਤੋਂ ਬਾਅਦ H1 ਕਰਨਾ ਪੈਂਦਾ, ਜੇ ਉਹ H1 ਤੋਂ ਬਾਅਦ ਗ੍ਰੀਨ ਕਾਰਡ ਲੰਬਾ ਰਸਤਾ। ਪਰ ਜਿਹੜੇ ਵਿਆਹ ਦੇ ਅਸਾਈਲਮ ਵਾਲਾ ਕੇਸ ਆ ਇਹਨਾਂ ਦੇ ਵਿੱਚ ਜੇ ਉਹ ਕੇਸ ਪਾਸ ਹੋ ਜਾਣ ਤਾਂ ਮਿਲ ਸਕਦਾ ਜੀ ਜੀ। ਤੇ ਉਹ ਜੇ ਉਹ ਅਸਾਈਲਮ ਕਰਨ, ਜੇ ਉਹਦੇ ਲਈ ਕੁਆਲੀਫਾਈ ਕਰਦੇ ਆ ਤਾਂ ਉਹਦੇ ਫਿਰ ਜੋ ਅਸਾਈਲਮ ਪਾਸ ਹੋ ਗਿਆ ਜਿਹੜੀ ਸਟੇਜ, ਉਦੋਂ 1 ਸਾਲ ਬਾਅਦ ਗ੍ਰੀਨ ਕਾਰਡ ਅਪਲਾਈ ਹੋ ਜਾਂਦਾ ਜੀ ਜੀ। ਜਿਹੜਾ ਵਿਆਹ ਵਾਲਾ ਪ੍ਰੋਸੀਜਰ ਆ, ਜੇ ਉਹ ਸਿਟੀਜ਼ਨ ਨਾਲ ਵਿਆਹ ਕਰਨਾ ਜ਼ਰੂਰੀ ਆ, ਗ੍ਰੀਨ ਕਾਰਡ ਨਾਲ ਨਹੀਂ। ਜੇ ਉਹ ਸਿਟੀਜ਼ਨ ਨਾਲ ਵਿਆਹ ਕਰਦੇ ਆ ਤਾਂ ਤਕਰੀਬਨ ਜਿਹੜੀ ਵਿਆਹ ਦੀ ਇੰਟਰਵਿਊ ਸਾਲ ਦੇ ਵਿੱਚ ਆ ਜਾਂਦੀ ਆ, ਕਈ ਥਾਵਾਂ 'ਤੇ 6 ਮਹੀਨੇ 'ਚ ਵੀ ਆ ਜਾਂਦੀ ਆ। ਤੇ ਜੇ ਉਹ ਪਾਸ ਹੋ ਜਾਂਦੇ ਤਾਂ ਉਹਨੂੰ 2 ਸਾਲ ਦਾ ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ, ਤੇ ਉਹ 2 ਸਾਲ ਪੂਰੇ ਹੋਣ ਤੋਂ ਪਹਿਲਾਂ ਉਹਨੂੰ ਕੰਡੀਸ਼ਨ ਰਿਮੂਵ ਕਰਨ ਲਈ ਅਪਲਾਈ ਕੀਤਾ ਜਾਂਦਾ, ਤੇ ਫਿਰ ਜਿਹੜਾ 10 ਸਾਲ ਦਾ ਮਿਲ ਜਾਂਦਾ, ਉਹ 'ਤੇ ਉਹ ਪੱਕੇ ਹੋ ਸਕਦੇ ਆ। ਸੋ ਇਹ ਤਰੀਕੇ ਹੈਗੇ ਆ। ਪਰ ਫਿਰ ਵੀ ਜਿਹੜਾ ਵਿਜ਼ਟਰ ਵੀਜ਼ੇ 'ਤੇ ਬੰਦਾ ਆਉਂਦਾ, ਉਹਦਾ ਜਿਹੜਾ ਆਉਣ ਦਾ ਜਿਹੜਾ ਕਾਰਨ ਹੈ ਇੱਥੇ ਅਮਰੀਕਾ 'ਚ, ਜਿਹੜਾ B1 B2 ਵੀਜ਼ਾ, ਉਹ ਬੇਸਿਕਲੀ ਇਹ ਆ ਕਿ ਉਹਨੇ ਇੱਥੇ ਕਿਸੇ ਖਾਸ ਪਰਪਸ ਲਈ ਆਉਣਾ, ਜਿਵੇਂ ਘੁੰਮਣ ਫਿਰਨ ਲਈ ਆਉਣਾ, ਜਾਂ ਕੋਈ ਰਿਸ਼ਤੇਦਾਰ ਬਿਮਾਰ ਆ ਉਹਦੀ ਖਬਰ ਲੈਣ ਆਉਣਾ, ਜਾਂ ਕਿਸੇ ਈਵੈਂਟ ਲਈ ਕੋਈ ਮੀਟਿੰਗ, ਕੋਈ ਕਾਨਫਰੰਸ ਅਟੈਂਡ ਕਰਨ ਆਉਣਾ, ਤੇ ਉਹਨੂੰ ਉਹਦੇ ਵਿੱਚ ਜਿੰਨੀ ਐਂਟਰੀ ਮਿਲਦੀ ਆ ਤਾਂ ਉਹਦੇ ਵਿੱਚ ਮੁੜਨਾ ਚਾਹੀਦਾ। ਜੇ ਉਹ ਨਹੀਂ ਮੁੜਦਾ ਤਾਂ ਉਹ ਵੀਜ਼ੇ ਦੀਆਂ ਜਿਹੜੀਆਂ ਹੈਗੀਆਂ ਟਰਮਸ ਉਹਨੂੰ ਵਾਇਲੇਟ ਕਰ ਰਿਹਾ, ਤੇ ਉਹਨੂੰ ਫਿਰ ਦੁਬਾਰਾ ਜਿਹੜੀ ਐਂਟਰੀ ਦੀ ਪਰੇਸ਼ਾਨੀ ਆ ਸਕਦੀ ਆ, ਤਾਂ ਹੋਰ ਪ੍ਰੋਬਲਮ ਆ ਸਕਦੀ। ਸਾਡੀ ਇਹੀ ਆ ਵੀ ਜਿਹੜਾ ਬੰਦਾ ਵਿਜ਼ਟਰ ਵੀਜ਼ੇ 'ਤੇ ਆਉਂਦਾ ਉਹ ਟਾਈਮ ਸਿਰ ਵਾਪਸ ਜਾਵੇ ਜੀ ਜੀ। ਅਗਲਾ ਸਵਾਲ ਹੈ ਜੀ, ਰਲਦਾ ਮਿਲਦਾ ਇਹਦੇ ਨਾਲ, ਜਿਹੜੇ ਬਾਰਡਰ ਟੱਪ ਕੇ USA ਪਹੁੰਚਦੇ ਆ ਉਹ ਪੱਕੇ ਕਿਵੇਂ ਹੋ ਸਕਦੇ ਆ? ਦੇਖੋ, ਜਿਹੜੇ ਬਾਰਡਰ ਟੱਪ ਕੇ ਇੱਥੇ ਆਉਂਦੇ ਆ ਉਹਨਾਂ ਵਾਸਤੇ ਤਾਂ ਆਮ ਤੌਰ 'ਤੇ ਰਸਤਾ ਜਿਹੜਾ ਹੁੰਦਾ ਜਿਹੜੇ ਲੋਕ ਕਰਦੇ ਆ ਉਹ ਪੋਲੀਟੀਕਲ ਅਸਾਈਲਮ ਦਾ ਹੀ ਹੁੰਦਾ ਜੀ। ਪਰ ਅਸਾਈਲਮ ਦਾ ਜਿਹੜਾ ਕੇਸ ਆ ਉਹ ਇਹ ਨਹੀਂ ਵੀ ਜਿਹੜਾ ਮਰਜ਼ੀ ਕਰ ਦੇਵੇ, ਉਹ ਜਿਹੜੇ ਅਸਾਈਲਮ ਦੇ 5 ਗਰਾਊਂਡ ਉਹਨਾਂ 'ਚ ਆਉਣਾ ਚਾਹੀਦਾ, ਤੇ 5 ਗਰਾਊਂਡਾਂ ਦੇ ਵਿੱਚ ਹੈਗਾ ਪੋਲੀਟੀਕਲ ਓਪੀਨੀਅਨ, ਰਿਲੀਜਨ ਹੈਗਾ, ਤੇ ਰੇਸ ਹੈਗੀ ਆ, ਤੇ ਉਦੋਂ ਬਾਅਦ ਜਿਹੜੇ
ਹੁੰਦੇ ਨੇ ਕੇਸ, ਜਿਵੇਂ ਗੇ ਲੈਸਬੀਅਨ ਵਗੈਰਾ ਇਹ ਹੈਗੇ ਆ, ਤੇ ਇਸ ਕਿਸਮ ਦੇ 5 ਗਰਾਊਂਡ ਆ ਟੋਟਲ। ਉਹ ਪੰਜਾਂ ਦੇ ਵਿੱਚ ਜਦੋਂ ਕੇਸ ਜੇ ਆਵੇ ਉਹ 'ਚ ਕੁਆਲੀਫਾਈ ਕਰਦਾ ਤਾਂ ਉਹ ਅਸਾਈਲਮ ਅਪਲਾਈ ਕਰ ਸਕਦਾ। ਜੇ ਉਹ ਪੰਜਾਂ ਦੇ ਵਿੱਚ ਉਹਦਾ ਕੇਸ ਹੀ ਹੈ ਨਹੀਂ ਤੇ ਉਹ ਫਿਰ ਜਿਵੇਂ ਹੁਣ ਫਰਜ਼ ਕਰੋ ਕਿਸੇ ਦੀ ਪਰਸਨਲ ਐਨਮਿਟੀ ਆ, ਵੀ ਕਿਸੇ ਨਾਲ ਦੁਕਾਨ ਦਾ ਰੌਲਾ, ਜ਼ਮੀਨ ਦਾ ਰੌਲਾ, ਜਾਂ ਗੁਆਂਢੀ ਨਾਲ ਝਗੜਾ, ਉਹਦੇ ਕਰਕੇ ਉਹਨਾਂ ਨੇ ਕੁੱਟਿਆ ਮਾਰਿਆ, ਜਾਂ ਉਹ ਮਤਲਬ ਉਹਨੂੰ ਪਰੇਸ਼ਾਨੀ ਹੋਈ ਆ, ਉਹ ਅਸਾਈਲਮ ਦਾ ਗਰਾਊਂਡ ਇਟਸੈਲਫ ਨਹੀਂ ਹੈਗਾ। ਸੋ ਇਸ ਕਰਕੇ ਜੇ ਉਹਦੇ ਅੰਡਰ ਆਉਂਦਾ ਤਾਂ ਫਿਰ ਉਹ ਅਸਾਈਲਮ ਜ਼ਰੂਰ ਕਰ ਸਕਦਾ, ਤੇ ਅਸਾਈਲਮ ਕਰਕੇ ਉਹਨੂੰ ਪਹਿਲਾਂ ਅਸਾਈਲਮ ਆਫਿਸ ਜਾਣਾ ਪਊਗਾ, ਫਿਰ ਕੋਰਟ 'ਚ। ਪਰ ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰਦੇ ਹਟੇ ਹਾਂ, ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਕਾਫੀ ਚੇਂਜਸ ਕੀਤੀਆਂ ਰੂਲਾਂ ਦੇ ਵਿੱਚ, ਕਾਫੀ ਸਖਤੀ ਕੀਤੀ ਆ। ਪਰ ਜਦੋਂ ਹੁਣ ਬਾਈਡਨ ਆਊਗਾ ਉਸ ਤੋਂ ਬਾਅਦ ਲੱਗਦਾ ਕਿ ਇਹ ਜਿਹੜੇ ਰੂਲ ਹੈਗੇ ਆ ਇਹ ਕੁਝ ਚੇਂਜ ਹੋਣਗੇ ਜੀ, ਤੇ ਉਹ ਜਿਵੇਂ ਮਤਲਬ ਪਹਿਲਾਂ ਵਾਲਾ ਰਸਤਾ ਸੀਗਾ ਉਹ ਹੋਊਗਾ, ਤੇ ਉਹ ਫਿਰ ਮਤਲਬ ਅਸਾਈਲਮ ਦਾ ਕੇਸ ਕੀਤਾ ਜਾ ਸਕਦਾ। ਹੁਣ ਜੇ ਜਿਹੜਾ ਬੰਦਾ ਇਦਾਂ ਉਹਦਾ ਬਾਰਡਰ ਟੱਪ ਕੇ ਕੋਈ ਵੀਜ਼ਾ ਨਹੀਂ, ਉਹ ਇੱਥੇ ਬਾਈ ਚਾਂਸ US ਸਿਟੀਜ਼ਨ ਨਾਲ ਵਿਆਹ ਕਰਾ ਲੈਂਦਾ, ਤਾਂ ਉਹਨੂੰ ਇੱਥੇ ਕੁਝ ਨਹੀਂ ਮਿਲਣਾ, ਉਹਨੂੰ ਇੰਡੀਆ ਜਾਣਾ ਪਊਗਾ ਜਾਂ ਆਪਣੀ ਕੰਟਰੀ ਜਾਣਾ ਪਊਗਾ, ਉੱਥੋਂ ਗ੍ਰੀਨ ਕਾਰਡ ਲੈ ਕੇ ਆ ਸਕਦਾ। ਓਕੇ, ਇੱਕ ਹੋਰ ਸਵਾਲ ਆ ਜੀ, ਇਸ ਤਰ੍ਹਾਂ ਹੀ ਮੇਰਾ ਬॉयਫ੍ਰੈਂਡ USA 'ਚ ਹੈ ਪਰ ਪੱਕਾ ਨਹੀਂ ਹੈ, ਕੀ ਅਸੀਂ ਵਿਆਹ ਕਰਵਾ ਸਕਦੇ ਹਾਂ? ਨਹੀਂ, ਇਹ ਤਾਂ ਹੁਣ ਵਿਆਹ ਤਾਂ ਇੱਥੇ ਕੋਈ ਵੀ ਕਰਾ ਸਕਦਾ ਅਮਰੀਕਾ 'ਚ, ਪੱਕਾ ਨਾ ਵੀ ਹੋਵੇ। ਪਰ ਸਵਾਲ ਇਹ ਆ ਵੀ ਉਹਨੂੰ ਪੱਕਾ ਕਰਾਉਣ ਲਈ ਦੋਵਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ। ਨਹੀਂ, ਜੇ ਫਰਜ਼ ਕਰੋ ਇੱਥੇ ਅਮਰੀਕਾ 'ਚ ਹੈਗਾ ਤੇ ਜਿਹਨੇ ਵਿਆਹ ਕਰਾਉਣਾ, ਲੜਕੀ ਜਿਹੜੀ ਉਹ ਵੀ ਅਮਰੀਕਾ 'ਚ ਹੀ ਆ, ਤਾਂ ਵਿਆਹ ਜਦੋਂ ਮਰਜ਼ੀ ਕਰਾ ਸਕਦੇ, ਭਾਵੇਂ ਦੋਨਾਂ ਕੋਲੇ ਕਾਗਜ਼ਾਂ ਨਹੀਂ ਤਾਂ ਵੀ ਕਰਾ ਸਕਦੇ ਆ ਜੀ। ਲੇਕਿਨ ਇਹ ਜ਼ਰੂਰ ਹੈ, ਵਿਆਹ ਕਰਾਉਣ ਲਈ ਕੋਈ ਆਈਡੀ ਚਾਹੀਦੀ ਹੈ, ਕਿਉਂਕਿ ਆਫਟਰ ਆਲ ਆਮ ਬੰਦਿਆਂ ਕੋਲ ਪਾਸਪੋਰਟ ਹੁੰਦੇ ਨੇ, ਜਾਂ ਆਈਡੀ ਹੁੰਦੀ ਹੈ, ਜਾਂ ਕੋਈ ਨਾ ਕੋਈ ਟਰੈਵਲ ਲਾਇਸੈਂਸ ਜਾਂ ਕੁਝ ਵੀ ਹੁੰਦਾ, ਤੇ 2 ਗਵਾਹ ਚਾਹੀਦੇ, ਉਹਦੀ ਬੇਸ 'ਤੇ ਹੋ ਜਾਂਦਾ। ਪਰ ਦੂਜਾ ਇਹ 'ਚ ਕੁਐਸਚਨ ਇਹ ਆ ਵੀ ਜੇ ਉਹ ਕੱਚਾ, ਤੇ ਇਹ ਜਿਹੜੀ ਹੈਗੀ ਲੜਕੀ ਪੱਕੀ ਆ, ਇਹਦੇ ਕੋਲੇ ਮਤਲਬ ਗ੍ਰੀਨ ਕਾਰਡ ਆ ਜਾਂ ਸਿਟੀਜ਼ਨ ਆ, ਤੇ ਇਹਦਾ ਇਹ ਆ ਵੀ ਉਹਨੂੰ ਮੈਂ ਵਿਆਹ ਕਰਾ ਕੇ ਵੀ ਪੱਕਾ ਕਰਾਵਾਂ, ਜੇ ਇਹ ਸਵਾਲ ਆ ਤਾਂ ਉਹਦੇ 'ਚ ਬੇਸਿਕਲੀ ਜਿਵੇਂ ਆਪਾਂ ਗੱਲ ਕਰਦੇ ਹਟੇ ਆ ਉਹ ਇਹੀ ਆ ਵੀ ਜਿਹੜਾ ਜੇ ਤਾਂ ਉਹਦੀ ਐਂਟਰੀ ਇਲੀਗਲ ਆ, ਉਹ ਇੱਥੇ ਕੋਈ ਵੀਜ਼ਾ ਲੈ ਕੇ ਨਹੀਂ ਆਇਆ, ਕੁਝ ਨਹੀਂ ਆਇਆ, ਤਾਂ ਵਿਆਹ ਦੀ ਬੇਸ 'ਤੇ ਇੱਥੇ ਨਹੀਂ ਪੱਕਾ ਹੋ ਸਕਦਾ, ਉਹਨੂੰ ਆਪਣੀ ਕੰਟਰੀ ਵਾਪਸ ਜਾਣਾ ਪਊਗਾ, ਇੰਡੀਆ ਵਾਪਸ ਜਾਣਾ ਪਊਗਾ, ਤੇ ਉਹਨੂੰ ਫਿਰ ਉਹ ਸੂਰਤ ਦੇ ਵਿੱਚ ਅਸਾਈਲਮ ਦਾ ਕੇਸ ਕਰਨਾ ਪਊਗਾ। ਉਹ ਵੀ ਤਾਂ ਜੇ ਉਹ ਜਿਹੜੇ ਅਸਾਈਲਮ ਦੇ 5 ਗਰਾਊਂਡ ਉਹਨਾਂ ਵਿੱਚ ਆਉਂਦਾ। ਅਸਾਈਲਮ ਦਾ ਕੇਸ ਜਿਹੜਾ ਮਰਜ਼ੀ ਬੰਦਾ ਆ ਕੇ ਜਿਹੜੇ ਮਰਜ਼ੀ ਬੇਸ 'ਤੇ ਨਹੀਂ ਕਰ ਸਕਦਾ, ਉਹਦੇ ਵਾਸਤੇ ਜਿਹੜੇ ਉਹਦੇ ਗਰਾਊਂਡਸ ਨੇ ਉਹਨਾਂ ਦੇ ਵਿੱਚ ਉਹਦਾ ਆਉਣਾ ਜ਼ਰੂਰੀ ਆ ਜੀ। ਸੋ ਉਹ ਅਸਾਈਲਮ ਕਰ ਸਕਦਾ, ਪਰ ਜਿਹੜਾ ਵਿਆਹ ਦੀ ਬੇਸ 'ਤੇ ਪੱਕਾ ਤਾਂ ਹੋ ਸਕਦਾ ਜੇ ਉਹ ਵੀਜ਼ਾ ਲੈ ਕੇ, ਜੇ ਵਿਜ਼ਟਰ ਵੀਜ਼ਾ ਲੈ ਕੇ ਆਇਆ, ਫਿਰ ਜੇ US ਸਿਟੀਜ਼ਨ ਨਾਲ ਉਹਦਾ ਵਿਆਹ ਹੁੰਦਾ ਤੇ ਵਿਆਹ ਅਸਲੀ ਹੈ, ਜੈਨੂਇਨ ਹੈ, ਮਤਲਬ ਵਿਆਹ ਸੱਚਾ ਝੂਠਾ ਨਹੀਂ ਚਾਹੀਦਾ। ਜੇ ਰੀਅਲ ਮੈਰਿਜ ਹੈ ਤਾਂ ਉਹ ਬੰਦਾ ਵਿਆਹ ਦੀ ਬੇਸ 'ਤੇ ਇੱਥੇ ਪੱਕਾ ਹੋ ਸਕਦਾ ਜੀ। ਅਗਲਾ ਸਵਾਲ ਹੈ ਜੀ, F3 ਵੀਜ਼ਾ ਦੀ ਇੰਟਰਵਿਊ ਕਦੋਂ ਹੋਵੇਗੀ? ਨਾਲ ਹੀ ਉਹਨਾਂ ਨੇ ਪੁੱਛਿਆ ਬੰਬੇ ਅੰਬੈਸੀ ਕਦੋਂ ਖੁੱਲ੍ਹੇਗੀ? ਮੇਰਾ ਕੇਸ ਬੰਬੇ ਅੰਬੈਸੀ 'ਚ ਆ ਗਿਆ, ਪਰ ਕੋਈ ਅਪਡੇਟ ਨਹੀਂ ਮਿਲ ਰਹੀ। ਦੇਖੋ, ਜਿਹੜੀ ਅੰਬੈਸੀ ਹੈਗੀ ਆ ਉੱਦਾਂ ਤਾਂ ਖੁੱਲ੍ਹੀ ਆ, ਪਰ ਐਮਰਜੈਂਸੀ ਸੇਵਾਵਾਂ ਲਈ, ਕਿਉਂਕਿ ਕੋਵਿਡ ਬਹੁਤ ਜ਼ਿਆਦਾ ਜੀ। ਸੋ ਉਹ ਅਜੇ ਇੰਟਰਵਿਊਆਂ ਕੈਂਸਲ ਕਰ ਰਹੇ ਆ। ਇੰਟਰਵਿਊਆਂ ਆਈਆਂ ਸੀ, ਮਤਲਬ ਸਾਡੇ ਕੇਸਾਂ ਦੀ ਵੀ ਆਈਆਂ, ਜਿਹੜੇ ਵਿਆਹ ਦੇ ਕੇਸ ਅਸੀਂ ਕੀਤੇ ਆ, ਕਿਉਂਕਿ ਮੈਰਿਜ ਦੇ ਕੇਸਾਂ 'ਤੇ ਜਿਹੜਾ US ਸਿਟੀਜ਼ਨ ਦੇ ਕੇਸ ਨੇ ਉਹਨਾਂ 'ਤੇ ਬੈਨ ਨਹੀਂ ਹੈਗਾ, ਪਰ ਇੰਟਰਵਿਊਆਂ ਕੈਂਸਲ ਹੋ ਗਈਆਂ। ਸੋ ਮੈਨੂੰ ਲੱਗਦਾ ਵੀ ਇੰਟਰਵਿਊ ਹੁਣ ਅਗਲੇ ਸਾਲ ਹੀ ਆਊਗੀ ਇਹਨਾਂ ਦੀ, ਜਦੋਂ ਕੋਵਿਡ ਦਾ ਥੋੜ੍ਹਾ ਪ੍ਰਕੋਪ ਘਟੂਗਾ। ਸੋ ਪਰ ਇਹਨਾਂ ਨੂੰ ਚਾਹੀਦਾ ਵੀ ਉਹਦਾ ਮਤਲਬ ਇਹ ਨਹੀਂ ਵੀ ਪੈਰਵੀ ਨਾ ਕਰਨ, ਵੀ ਇਹ ਪੈਰਵੀ ਕਰਨ ਜੀ। ਇਹ ਜਿਹਨਾਂ ਦਾ ਕੋਈ ਵਕੀਲ ਹੈਗਾ ਤਾਂ ਉਹ ਕਰੇ, ਜਾਂ ਇਹ ਕਰਨ, ਤੇ ਉੱਥੇ ਐਮਬੈਸੀ ਨਾਲ ਕੰਟੈਕਟ ਕਰਨ, ਉਹਨਾਂ ਨਾਲ ਇਹ ਈਮੇਲ ਕਰਨ ਜਾਂ ਗੱਲਬਾਤ। ਠੀਕ ਹੈ, ਐਮਬੈਸੀ ਵਾਲੇ ਕਿਵੇਂ ਨਹੀਂ ਵੀ ਰਿਸਪੌਂਸ ਦਿੰਦੇ, ਪਰ ਇਹ ਆਪਣਾ ਕੰਮ ਜਾਰੀ ਰੱਖਣ ਤਾਂ ਕਿ ਜੇ ਕੋਈ ਇੰਟਰਵਿਊ ਆ ਸਕੇ, ਪਰ ਉਹ ਐਮਬੈਸੀ ਨੇ ਕਰਨੀ ਆਪਣੇ ਹਿਸਾਬ ਨਾਲ ਹੀ ਜੀ। ਸਵਾਲ ਇਹ ਅੱਗੇ ਵੀ ਇਹਨਾਂ ਨੇ 2-3 ਵਾਰੀ ਪੁੱਛਿਆ ਤੇ ਥੋੜ੍ਹਾ ਜਿਹਾ ਲਾਮਾ ਵੀ ਦਿੱਤਾ ਕਿ ਮੇਰੇ ਸਵਾਲ ਦਾ ਜਵਾਬ ਤੁਸੀਂ ਹਰ ਵਾਰੀ ਭੁੱਲ ਜਾਂਦੇ ਹੋ। ਅਮਰੀਕਾ 'ਚ ਹੀ ਰਹਿੰਦੇ ਭੈਣ ਜੀ ਸਾਡੇ, ਇਹਨਾਂ ਨੇ ਲਿਖਿਆ ਜੀ, ਮੇਰੀ ਸਿਸਟਰ ਦੇ ਬੱਚੇ 25 ਸਾਲ ਤੋਂ ਵੱਧ ਉਮਰ ਦੇ ਹੋ ਗਏ ਹਨ, 15 ਸਾਲ ਹੋ ਗਏ ਪਰ ਕੋਈ ਰਿਸਪੌਂਸ ਨਹੀਂ ਮਿਲਿਆ। ਦੇਖੋ, ਇਸ ਤਰ੍ਹਾਂ ਆਪਾਂ ਇਸ ਕੈਟੇਗਰੀ ਬਾਰੇ ਗੱਲ ਕਰਕੇ ਹਟੇ ਹਾਂ। ਇਹ ਜਿਹੜੀ F4 ਕੈਟੇਗਰੀ ਆ, ਜਿਹੜਾ ਕਿ US ਸਿਟੀਜ਼ਨ ਨੇ ਆਪਣੇ ਭਰਾ ਭੈਣ ਦਾ ਅਪਲਾਈ ਕੀਤਾ ਜੀ, ਇਹਦੇ 'ਚ 2005 ਚੱਲ ਰਿਹਾ ਸੀ ਤੇ ਬੈਨ ਲੱਗ ਗਿਆ। ਹੁਣ ਉਮੀਦ ਹੈਗੀ ਆ ਪ੍ਰੈਜ਼ੀਡੈਂਟ ਬਾਈਡਨ ਦੇ ਮਤਲਬ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ, ਜਿਵੇਂ ਹੁਣ ਉਹ ਇਸ ਟਾਈਮ ਪ੍ਰੈਜ਼ੀਡੈਂਟ ਇਲੈਕਟ ਨੇ, ਫਿਰ ਉਹ ਪ੍ਰੈਜ਼ੀਡੈਂਟ ਬਣਨਗੇ, ਵੀ ਇਹ ਜਿਹੜੇ ਬੈਨ ਲੱਗੇ ਨੇ ਬੈਨਾਂ ਨੂੰ ਤੋੜਿਆ ਜਾਵੇਗਾ। ਸੋ ਜੇ ਇਹ ਬੈਨ ਨਹੀਂ ਰਹਿੰਦੇ ਤਾਂ 2005 ਸ਼ੁਰੂ ਹੋਊਗਾ। ਉਸ ਤੋਂ ਬਾਅਦ ਫਿਰ ਮਤਲਬ ਇਹ ਦੇਖਣਾ ਪਏਗਾ ਵੀ ਕੈਟੇਗਰੀਆਂ ਕਿੰਨੀਆਂ ਕੁ ਤੇਜ਼ ਚੱਲਦੀਆਂ। ਸੋ ਉਸ ਤੋਂ ਬਾਅਦ 5 ਆ, ਫਿਰ 6 ਆਊ, ਫਿਰ 7 ਇੱਦਾਂ। ਸੋ ਜੇ ਇਹਨਾਂ ਦੇ ਬੱਚਿਆਂ ਦੀ ਜਿਹੜੇ ਮਤਲਬ ਭੈਣ ਦੇ ਜਾਂ ਭਰਾ ਦੇ ਬੱਚਿਆਂ ਦੀ ਉਮਰ 21 ਸਾਲ ਤੋਂ ਉੱਪਰ ਹੋ ਗਈ ਆ, ਤਾਂ ਉਹ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਅੰਡਰ ਜੇ ਕਵਰ ਹੁੰਦੇ ਆ, ਉਹਦੀ ਕੈਲਕੂਲੇਸ਼ਨ 'ਚ ਆਉਂਦੇ ਆ, ਤਾਂ ਫਿਰ ਤਾਂ ਉਹ ਆ ਸਕਦੇ ਆ। ਜੇ ਅਨਮੈਰਿਡ ਨੇ ਤੇ ਉਹਦੇ ਅੰਡਰ, ਲੇਕਿਨ ਜੇ ਉਹਦੇ ਅੰਡਰ ਨਹੀਂ ਉਹ ਹੁੰਦੇ ਕਵਰ, ਤੇ ਫਿਰ ਉਹ ਨਹੀਂ ਆ ਸਕਦੇ।
ਪਰ ਆਮ ਤੌਰ ਤੇ ਜੇ ਅਪਰੂਵਲ ਪਹਿਲਾਂ ਹੋਈ ਹੋਵੇ ਪਟੀਸ਼ਨ ਦੀ, ਉਮਰ 'ਚ ਜ਼ਿਆਦਾ ਛੋਟੀ ਹੋਵੇ, ਉਹ ਬੱਚੇ ਆਲਮੋਸਟ ਕਵਰ ਹੋ ਜਾਂਦੇ ਆ ਜੀ। ਤੇ ਪਰ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਜਦੋਂ ਇਹਨਾਂ ਦੀ ਕੈਟਾਗਰੀ ਜਿਹੜੀ ਆ ਉਹ ਸਟਾਰਟ ਹੋਊਗੀ ਤੇ ਇਹਨਾਂ ਨੇ ਕਿਹੜੇ ਸਾਲ ਅਪਲਾਈ ਕੀਤਾ, ਇਹਨਾਂ ਨੇ 5 ਕੀਤਾ ਕਿ 6 'ਚ ਕੀਤਾ ਕਿ 7 'ਚ ਕੀਤਾ, ਤੇ ਉਸ ਦੇ ਮੁਤਾਬਕ ਫਿਰ ਕੀ ਉਹ ਜਿਹੜੇ ਹੈਗੇ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਂਡ ਜਿਹੜਾ ਐਕਟ ਅੰਡਰ ਕਵਰ ਹੁੰਦੇ ਆ, ਉਹ ਸਾਰਾ ਦੇਖ ਕੇ ਆਪਾਂ ਸਲਾਹ ਦੇ ਸਕਦੇ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਇਸ ਬਾਰੇ। ਅਗਲਾ ਸਵਾਲ ਹੈ ਜੀ, ਮੇਰਾ ਹਸਬੈਂਡ US ਸਿਟੀਜ਼ਨ ਹੈ, ਉਸ ਨੇ ਮੈਨੂੰ ਮਾਰਚ 2020 'ਚ ਅਪਲਾਈ ਕੀਤਾ ਸੀ, ਰਿਸੀਵਡ ਵੀ ਮਿਲ ਗਈ, ਤੇ ਪਰ ਕੋਈ ਅੱਗੇ ਅਪਡੇਟ ਨਹੀਂ ਹੋਈ, ਕਿੰਨਾ ਟਾਈਮ ਲੱਗ ਸਕਦਾ? ਟਾਈਮ ਲੱਗੂਗਾ ਜੀ, ਕਿਉਂਕਿ ਮਾਰਚ 'ਚ ਅਪਲਾਈ ਕੀਤਾ ਉਹਨਾਂ ਨੇ, ਤੇ ਇਹਨੂੰ ਹੁਣ ਅੱਜ ਕੱਲ੍ਹ ਜੇ ਸਿਟੀਜ਼ਨ ਹੈਗਾ ਉਹਦਾ ਕੋਈ ਵੇਟਿੰਗ ਟਾਈਮ ਤਾਂ ਨਹੀਂ ਹੈਗਾ, ਮਤਲਬ ਕੋਈ ਪ੍ਰਾਇਓਰਟੀ ਨਹੀਂ ਹੈਗੀ ਵੀ ਇੰਨੇ ਮਹੀਨੇ ਵੇਟ ਕਰਨੀ ਪੈਣੀ ਆ, ਲੇਕਿਨ ਪ੍ਰੋਸੈਸਿੰਗ 'ਚ ਡਿਲੇ ਆ ਕੋਵਿਡ ਕਰਕੇ ਜੀ। ਤੇ ਬਾਕੀ ਇਹ ਪੈਰ ਵੀ ਰੱਖਣ ਜਾਰੀ, ਹੋ ਸਕਦਾ ਕੋਈ ਡਾਕੂਮੈਂਟ ਮੰਗੇ ਹੋਣ ਉਹਨਾਂ ਨੇ, ਪਰ ਮੈਨੂੰ ਲੱਗਦਾ ਅਪਰੂਵਲ ਉਹਨਾਂ ਦੀ ਆਉਣੀ ਚਾਹੀਦੀ ਆ। ਹੁਣ ਆਉਣ ਵਾਲੇ ਕੋਈ ਅਸੀਂ ਜਿਹੜੇ ਕੇਸ ਤਕਰੀਬਨ ਮਈ 'ਚ ਕੀਤੇ ਸੀ ਜਾਂ ਅਪ੍ਰੈਲ ਜਾਂ ਜੂਨ 'ਚ, ਉਹ ਸਾਰੇ ਅਪਰੂਵ ਹੋ ਰਹੇ ਆ ਹੁਣ। ਸੋ ਉਹਨਾਂ ਨੂੰ ਜਿਹੜੇ ਅਸੀਂ ਮਈ ਜੂਨ 'ਚ ਇੱਕ ਜੂਨ 'ਚ ਕੀਤਾ ਸੀ ਉਹਦੀ ਅਪਰੂਵਲ ਆ ਗਈ, ਇੱਕ ਮਈ 'ਚ ਕੀਤਾ ਸੀ ਉਹਦੀ ਆ ਗਈ ਆ, ਤੇ ਇਹਨਾਂ ਨੇ ਅਪ੍ਰੈਲ 'ਚ ਕੀਤਾ ਜਾਂ ਮਾਰਚ 'ਚ ਕੀਤਾ, ਇਹਨਾਂ ਨੂੰ ਪਤਾ ਕਰਨਾ ਚਾਹੀਦਾ, ਹੋ ਸਕਦਾ ਕੋਈ ਡਾਕੂਮੈਂਟੇਸ਼ਨ ਮੰਗੀ ਹੋਵੇ ਜੀ, ਤੇ ਅਪਰੂਵਲ ਆਉਣੀ ਚਾਹੀਦੀ ਹੈ ਹੁਣ। ਅਗਲਾ ਸਵਾਲ ਹੈ ਜੀ, USA ਵਿੱਚ ਕੋਈ ਫਾਰਮਰ ਵੀਜ਼ੇ ਦਾ ਵੀ ਕੋਈ ਬੰਦੋਬਸਤ ਹੈ? ਫਾਰਮਰ ਵੀਜ਼ਾ ਇੱਕ ਮਤਲਬ ਕੈਟਾਗਰੀ ਹੈਗੀ ਜਿਹਦੇ ਅੰਡਰ ਅਪਲਾਈ ਹੁੰਦੇ, ਬੜੇ ਘੱਟ ਵੀਜ਼ਾ ਨੰਬਰਸ ਨੇ, ਉਹਦੇ ਬਾਰੇ ਵੀ ਪ੍ਰੈਜ਼ੀਡੈਂਟ ਜਿਹੜੇ ਇਲੈਕਟ ਬਾਈਡਨ ਨੇ, ਇਹਨਾਂ ਨੇ ਕਿਹਾ ਜੇ ਮੈਂ ਪ੍ਰੈਜ਼ੀਡੈਂਟ ਬਣੂੰਗਾ ਤਾਂ ਫਾਰਮਰ ਵੀਜ਼ੇ ਬਾਰੇ ਅਸੀਂ ਉਪਰਾਲਾ ਕਰਾਂਗੇ ਕਿ ਉਹਨਾਂ ਨੂੰ ਜ਼ਿਆਦਾ ਨੰਬਰ ਦਈਏ, ਜਾਂ ਜਿਹੜੇ ਮਤਲਬ ਫਾਰਮਿੰਗ ਸੈਕਟਰਾਂ ਨੂੰ ਬੰਦੇ ਦੀ ਲੋੜ ਹੈਗੀ ਪੂਰੀ ਕਰੀਏ, ਜਾਂ ਪੱਕੇ ਕਰੀਏ ਬੰਦੇ ਉਹਦੇ 'ਚ। ਸੋ ਉਹਦੇ 'ਚ ਹੋ ਸਕਦਾ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ, ਇਹ ਮਤਲਬ ਉਹਦੇ ਬਾਰੇ ਕੁਝ ਕਰੇ, ਜਿਹੜੀ ਡਿਮਾਂਡ ਹੈਗੀ ਆ ਉਹ ਸੈਕਟਰ ਦੀ ਪੂਰੀ ਕਰਨ ਲਈ। ਸੋ ਵੀਜ਼ਾ ਜ਼ਰੂਰ ਆ, ਪਰ ਉਹ ਵੀਜ਼ੇ ਦੇ ਵਿੱਚ ਇਹ ਆ ਕਿ ਵੀਜ਼ਾ ਨੰਬਰ ਜਿਹੜੇ ਬੜੇ ਘੱਟ ਆ ਇਹ ਜੀ ਜੀ। ਅਗਲੇ ਦਰਸ਼ਕ ਲਿਖ ਰਿਹਾ ਜੀ, ਬੱਚੇ ਦਾ ਜਨਮ ਜਿਹੜਾ USA 'ਚ ਹੋਇਆ ਸੀ, ਪੇਰੈਂਟਸ ਨੇ ਵੀ ਜਿਹੜਾ ਅਸਾਈਲਮ ਅਪਲਾਈ ਕੀਤਾ ਹੋਇਆ, ਕੀ ਬੱਚਾ ਸਾਡਾ ਸਿਟੀਜ਼ਨ? ਹਾਂਜੀ, ਜਿਹੜਾ ਅਮਰੀਕਾ ਦੇ ਵਿੱਚ ਬੱਚਾ ਬੋਰਨ ਹੁੰਦਾ, ਉਹਦੇ ਚਾਹੇ ਪੇਰੈਂਟਸ ਦਾ ਇੱਥੇ ਕੋਈ ਸਟੇਟਸ ਹੈ ਜਾਂ ਨਹੀਂ, ਉਹ ਮੈਟਰ ਨਹੀਂ ਕਰਦਾ। ਜੇ ਪੇਰੈਂਟ ਆਪ ਪੱਕੇ ਆ ਤਾਂ ਵੀ ਸਿਟੀਜ਼ਨ ਬਣਦਾ ਉਹ, ਜੇ ਪੇਰੈਂਟ ਨਹੀਂ ਪੱਕੇ, ਉਹਨਾਂ ਨੇ ਅਸਾਈਲਮ ਕੀਤਾ ਜਾਂ ਇਵਨ ਨਾ ਵੀ ਅਸਾਈਲਮ ਕੀਤਾ ਹੋਵੇ, ਉੱਦਾਂ ਹੀ ਰਹੀ ਜਾਂਦੇ ਆ ਜੀ, ਜਾਂ ਕੋਈ ਵਿਜ਼ਟਰ ਆਉਂਦਾ ਇੱਥੇ ਤੇ ਉਹਦਾ ਬੱਚਾ ਇੱਥੇ ਪੈਦਾ ਹੋ ਗਿਆ, ਉਹ ਮਤਲਬ ਸਿਟੀਜ਼ਨ ਬਣ ਜਾਂਦਾ ਜੀ, ਇਸ ਕਰਕੇ ਬੱਚਾ ਸਿਟੀਜ਼ਨ। ਤੇ ਪੇਰੈਂਟਸ ਜਿਹੜੇ ਆ ਉਹ ਕਿੰਨੀ ਦੇਰ ਬਾਅਦ ਸਿਟੀਜ਼ਨ ਹੋ ਸਕਦੇ ਬੱਚੇ ਦੇ ਬਿਹਾਫ ਤੇ? 21 ਸਾਲ ਤੋਂ ਬਾਅਦ, ਜਦੋਂ ਬੱਚਾ 21 ਸਾਲ ਦਾ ਹੁੰਦਾ, ਉਹ ਪੇਰੈਂਟਸ ਦਾ ਅਪਲਾਈ ਕਰਦਾ ਤਾਂ ਉਹਦੀ ਬੇਸ 'ਤੇ ਫਿਰ ਪੇਰੈਂਟ ਹੋ ਸਕਦੇ ਆ, ਪਰ ਬੱਚੇ ਦੀ ਉਹਦੇ ਵਾਸਤੇ ਇੱਥੇ ਰੈਜ਼ੀਡੈਂਸੀ ਹੋਣੀ ਜ਼ਰੂਰੀ ਹੈ ਜੀ ਜੀ ਜੀ। ਬੱਚਾ ਇੰਡੀਆ ਤੋਂ ਬੈਠਾ ਨਹੀਂ ਅਪਲਾਈ ਕਰ ਸਕਦਾ, ਓਕੇ, ਉਹਨੂੰ ਇੱਥੇ ਮਤਲਬ ਜਿਹੜਾ ਹੈਗਾ ਰਹਿਣਾ ਪਊਗਾ, ਰਹਿ ਕੇ ਉਹਨੂੰ ਆਪਣੀ ਜਿਹੜੀ ਹੈਗੀ ਰੈਜ਼ੀਡੈਂਸੀ ਸ਼ੋਅ ਕਰਨੀ ਪਊਗੀ, ਜਿਵੇਂ ਬੈਂਕ ਅਕਾਊਂਟ ਹੋਵੇ ਉਹਦੇ ਨਾਂ ਤੇ, ਕੋਈ ਲੀਜ਼ ਅਪਾਰਟਮੈਂਟ ਦੀ ਜਾਂ ਕੋਈ ਹੋਰ ਚੀਜ਼ ਹੋਵੇ, ਕਾਰ ਹੋਵੇ ਨਾ ਤੇ ਉਹ ਕੰਮ ਕਰਦਾ ਹੋਵੇ, ਟੈਕਸ ਭਰਦਾ ਹੋਵੇ, ਉਦੋਂ ਜਦੋਂ 21 ਸਾਲ ਦਾ ਹੋ ਗਿਆ ਫਿਰ ਉਹ ਅਪਲਾਈ ਕਰ ਸਕਦਾ। ਉਹਨਾਂ ਚਿਰ ਇੰਡੀਆ ਰਹਿ ਸਕਦੇ ਆ? ਹਾਂ, ਇੰਡੀਆ ਰਹਿ ਸਕਦੇ, ਬੱਚਾ ਆ ਜਾ ਸਕਦਾ, ਠੀਕ ਹੈ, ਪਰ ਇਹ ਆ ਵੀ ਅਪਲਾਈ 21 ਸਾਲ ਤੋਂ ਉੱਤੇ ਹੋਊਗਾ ਪਹਿਲਾਂ। ਠੀਕ ਹੈ। US ਸਪਾਊਸ ਵੀਜ਼ਾ ਜਿਹੜਾ ਉਹ ਅਪਲਾਈਡ April 2020 'ਚ ਕੀਤਾ ਸੀ, ਕਿੰਨਾ ਟਾਈਮ ਲੱਗੇਗਾ? ਇਹ ਤਾਂ ਡਿਪੈਂਡ ਕਰਦਾ ਜੀ, ਇਹਨਾਂ ਨੇ ਕਿਹੜੀ ਕੈਟਾਗਰੀ 'ਚ ਕੀਤਾ। ਜਿਹਦਾ ਮਤਲਬ ਸਿਟੀਜ਼ਨ ਨੇ ਕੀਤਾ ਤਾਂ ਆਪਾਂ ਗੱਲ ਕਰਕੇ ਹਟੇ ਹਾਂ ਹੁਣ ਜੀ ਜੀ। ਹਾਂ, ਤੇ ਅਸੀਂ ਜਿਹੜੇ ਮਈ ਜੂਨ 'ਚ ਕੀਤੇ ਸੀ ਉਹਨਾਂ ਦੀ ਅਪਰੂਵਲ ਆ ਰਹੀ ਆ, ਤੇ ਜੇ ਗ੍ਰੀਨ ਕਾਰਡ ਹੋਲਡਰ ਦੇ ਤੌਰ ਤੇ ਕੀਤਾ ਉਹਨੂੰ ਟਾਈਮ ਲੱਗੂਗਾ ਜੀ, ਗ੍ਰੀਨ ਕਾਰਡ ਹੋਲਡਰ ਨੂੰ ਤਾਂ ਜ਼ਿਆਦਾ ਟਾਈਮ ਲੱਗ ਸਕਦਾ ਜੀ। ਅਗਲਾ ਸਵਾਲ ਹੈ ਜੀ, US ਵੀਜ਼ਾ 2016 'ਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗ ਸਕਦਾ? US ਵੀਜ਼ਾ ਕਿਹੜੀ ਬੇਸ ਤੇ ਕੀਤਾ ਸੀ? ਬਸ ਇਹਨਾਂ ਨੇ ਇੰਨਾ ਲਿਖਿਆ ਜੀ 2016 'ਚ ਜੇ ਅਪਲਾਈ ਕੀਤਾ, ਹੋ ਸਕਦਾ ਵੀ ਇਹਨਾਂ ਦੀ F4 ਕੈਟਾਗਰੀ ਭਰਾ ਭੈਣ ਵਾਲੀ ਹੋਵੇ ਜਿਹੜਾ 16 'ਚ ਕੀਤਾ ਜੀ, ਜਾਂ US ਸਿਟੀਜ਼ਨ ਨੇ ਆਪਣੇ ਮੈਰਿਡ ਬੱਚੇ ਹੋਣ ਉਹਨਾਂ ਦਾ ਅਪਲਾਈ ਕੀਤਾ ਹੋਵੇ। ਸੋ ਜਿਹੜੀਆਂ ਇਹ ਕੈਟਾਗਰੀਆਂ ਹੈਗੀਆਂ ਵੀ US ਸਿਟੀਜ਼ਨ ਦੇ ਭਰਾ ਭੈਣ ਦੀ ਕੈਟਾਗਰੀ 'ਚ ਆਉਂਦੇ ਆ, ਇਹ ਵੀ ਇਹਨਾਂ ਦਾ ਕੋਈ ਭਰਾ ਜਾਂ ਭੈਣ ਸਿਟੀਜ਼ਨ ਆ ਜੀ, ਜਾਂ ਇਹਨਾਂ ਦੇ ਪੇਰੈਂਟਸ ਦਾ ਭਰਾ ਭੈਣ ਕੋਈ ਸਿਟੀਜ਼ਨ ਆ, ਉਹਨੇ ਅਪਲਾਈ ਕੀਤਾ, ਇਹਨਾਂ ਦਾ ਇਹ ਨਾਲ ਬੱਚੇ ਆ, ਤੇ ਜਾਂ ਫਿਰ ਇਹਨਾਂ ਦੇ ਆਪਣੇ ਪੇਰੈਂਟਸ ਹੀ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੇ ਉਹਨੇ ਅਪਲਾਈ ਕੀਤਾ ਆ, ਉਹ ਗ੍ਰੀਨ ਕਾਰਡ ਹੋਲਡਰ ਜਿਹੜਾ ਅਨਮੈਰਿਡ ਬੱਚੇ ਦਾ ਕਰ ਸਕਦਾ 21 ਸਾਲ ਤੋਂ ਉੱਤੇ, ਜਿਹੜਾ ਸਿਟੀਜ਼ਨ ਹੈਗਾ ਉਹ ਮੈਰਿਡ ਬੱਚੇ ਦਾ ਵੀ ਕਰ ਸਕਦਾ ਜੀ। ਸੋ ਜੇ ਉਹ ਕੈਟਾਗਰੀਆਂ ਹੈਗੀਆਂ ਤਾਂ ਟਾਈਮ ਲੱਗੂਗਾ, ਕਿਉਂਕਿ 2005 ਚੱਲ ਰਿਹਾ ਸੀ ਜੇ F4 'ਚ, ਤੇ ਉਹ ਵੀ ਹੁਣ ਬੰਦ ਹੋ ਗਿਆ ਸੀ। ਬਾਕੀ ਜਨਵਰੀ ਤੋਂ ਬਾਅਦ ਦੱਸਾਂਗੇ ਕਿ ਜਿਹੜੀ ਕਿਹੜੀ ਕੈਟਾਗਰੀ ਕਿੰਨੀ ਤੇਜ਼ ਹੋਈ ਆ, ਉਹਦਾ ਟਾਈਮ ਲੱਗੂਗਾ ਜੀ ਜੀ। ਪਰ ਜੇ ਕਿਸੇ ਨੇ ਵਿਆਹ ਕੀਤਾ ਸਿਟੀਜ਼ਨ ਦੇ ਨਾਲ, ਉਹਦੀ ਵਾਰੀ ਜਿਹੜੀ ਹੈਗੀ ਆ ਜਾਂਦੀ, ਪਰ ਉਹ ਲੱਗਦਾ ਨਹੀਂ, ਕਿਉਂਕਿ ਇੰਨੀ ਜੋ ਕੇਸ ਹੁੰਦਾ ਫਿਰ ਹੁਣ ਤੱਕ ਤਾਂ ਇੰਟਰਵਿਊ ਹੋ ਜਾਣੀ ਚਾਹੀਦੀ ਸੀ। ਠੀਕ ਹੈ। ਇਹਨਾਂ ਦਾ ਸਵਾਲ ਹੈਗਾ ਜੀ, ਗ੍ਰੀਨ ਕਾਰਡ ਸਪਾਊਸ ਪੇਪਰ ਵਰਕ ਕਦੋਂ ਸ਼ੁਰੂ ਹੋਵੇਗਾ ਅਪਲਾਈ ਕਰਨ ਲਈ? ਗ੍ਰੀਨ ਕਾਰਡ ਦੇ ਤਾਂ ਐਪਲੀਕੇਸ਼ਨਾਂ ਤਾਂ ਲੈ ਰਹੇ ਆ ਜੀ, ਐਪਲੀਕੇਸ਼ਨਾਂ ਤਾਂ ਅੱਜ ਵੀ ਲੈ ਰਹੇ ਨੇ, ਐਪਲੀਕੇਸ਼ਨਾਂ ਦੀ ਕੋਈ ਪਾਬੰਦੀ ਨਹੀਂ ਗੀ, ਲੇਕਿਨ ਇੰਟਰਵਿਊਆਂ ਨਹੀਂ ਹੋ ਰਹੀਆਂ ਜੀ। ਸੋ ਉਹ ਵੀ ਚਲੋ ਹੁਣ ਮਤਲਬ 31 ਦਸੰਬਰ ਤੱਕ ਹੀ ਆ ਬੈਨ ਲੱਗਿਆ ਹੋਇਆ ਇਸ ਕੈਟਾਗਰੀ ਤੇ ਜੀ। ਤੇ ਇਹ ਜਦੋਂ ਹੁਣ ਅਪਲਾਈ ਕਰ ਸਕਦੇ ਟਰੰਪ ਸਾਹਿਬ ਜਾਣਗੇ ਤਾਂ ਬਾਈਡਨ ਵੀ ਨਾਲ ਹੀ ਜਿਹੜਾ ਹੈਗਾ ਉਹ
ਬਾਈਡਨ ਸਾਹਿਬ ਨੇ ਆ ਜਾਣਾ, ਸੋ ਟਰੰਪ ਸਾਹਿਬ ਜਾਣਗੇ ਤਾਂ ਬੈਨ ਵੀ ਨਾਲ ਹੀ ਜਾਊ ਜੀ। ਸੋ ਬੈਨ ਇਹ 'ਚ ਹਟ ਜਾਣਾ। ਅਪਲਾਈ ਤਾਂ ਹੁਣ ਵੀ ਕਰ ਸਕਦੇ ਆ, ਅਪਲਾਈ ਦੀ ਨਹੀਂ ਕੋਈ ਪ੍ਰੋਬਲਮ, ਲੇਕਿਨ ਇੰਟਰਵਿਊ ਦੀ ਸੀਗੀ। ਪਰ ਇਸ ਤੇ ਬਾਅਦ ਹੁਣ ਦੇਖਣਾ ਕਿੰਨਾ ਟਾਈਮ ਲੱਗਦਾ, ਆਮ ਤੌਰ ਤੇ 1.5-2 ਸਾਲ ਵੀ ਲੱਗ ਜਾਂਦੇ, ਕਈ ਵਾਰ ਕਰੰਟ ਵੀ ਕਰਨ ਦੇ ਨੇ। ਪਰ ਇਸ ਕੈਟਾਗਰੀ ਬਾਰੇ ਤੁਹਾਨੂੰ ਰੰਧਾਵਾ ਸਾਹਿਬ ਮੈਂ ਦੱਸਦਾ ਕਿ ਬਾਈਡਨ ਸਾਹਿਬ ਨੇ ਕਿਹਾ ਕਿ ਜਿਹੜੇ ਗ੍ਰੀਨ ਕਾਰਡ ਹੋਲਡਰਾਂ ਦੇ ਹਸਬੈਂਡ ਵਾਈਫ ਤੇ ਬੱਚੇ ਨੇ, ਉਹ ਕੈਟਾਗਰੀ ਜਿਹੜੀ ਆ ਉਹ ਸਿਟੀਜ਼ਨ ਵਾਂਗੂ ਕਰੰਟ ਹੋਣੀ ਚਾਹੀਦੀ ਹੈ। ਹੋ ਸਕਦਾ ਕਿ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਇਹ ਉਪਰਾਲਾ ਕਰੇ ਕਿ ਜਿਵੇਂ ਸਿਟੀਜ਼ਨ ਦੇ ਜਿਹੜੇ ਮਤਲਬ ਹਸਬੈਂਡ ਵਾਈਫ ਤੇ ਬੱਚੇ ਨੇ, ਉਹਨਾਂ ਦਾ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ, ਉਹ ਜਿੰਨੀ ਪ੍ਰੋਸੈਸਿੰਗ ਟਾਈਮ ਹੈ ਸਾਲ ਦੇ ਅੰਦਰ ਆ ਜਾਂਦੇ ਤਕਰੀਬਨ। ਜੀ ਜੀ। ਸੋ ਗ੍ਰੀਨ ਕਾਰਡਾਂ ਦੇ ਜਿਹੜੇ ਹਸਬੈਂਡ ਵਾਈਫ ਤੇ ਬੱਚੇ ਆ, ਉਹ ਵੀ ਜਿਹੜਾ ਹੈਗਾ ਉਹ ਸਾਲ ਦੇ ਅੰਦਰ ਆ ਜਾਣ। ਸੋ ਇਹਦੇ ਬਾਰੇ ਇਹ ਬਿਆਨ ਆਇਆ ਬਾਈਡਨ ਦਾ। ਸੋ ਹੋ ਸਕਦਾ ਵੀ ਜਦੋਂ ਇਹ ਬਣਨਗੇ ਉਸ ਤੋਂ ਬਾਅਦ ਇਹ ਇਸ ਕੈਟਾਗਰੀ ਨੂੰ ਤੇਜ਼ ਕਰਨ ਵਾਸਤੇ ਕੁਛ ਨਾ ਕੁਛ ਕਰ। ਜੀ ਜੀ। ਅਗਲਾ ਸਵਾਲ ਹੈ ਜੀ, ਮੇਰੇ ਭੂਆ ਜੀ USA ਰਹਿੰਦੇ ਆ, ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ, ਕੀ ਉਹ ਮੈਨੂੰ ਸਪੈਸ਼ਲ ਕੈਟਾਗਰੀ ਲਈ ਕੋਈ ਕਿਸੇ ਤਰੀਕੇ ਨਾਲ ਬੁਲਾ ਸਕਦੇ ਆ? ਨਹੀਂ, ਇੱਦਾਂ ਦੀ ਕੋਈ ਸਪੈਸ਼ਲ ਕੈਟਾਗਰੀ ਨਹੀਂ ਹੈਗੀ। ਉਹ ਮਤਲਬ ਵਿਜ਼ਟਰ ਵੀਜ਼ੇ ਵਾਸਤੇ ਇਹ ਅਪਲਾਈ ਕਰ ਸਕਦੇ, ਇਹਨਾਂ ਨੂੰ ਕਹਿ ਸਕਦੇ ਵੀ ਵਿਜ਼ਟਰ ਲਈ ਅਪਲਾਈ ਕਰੋ ਜੀ। ਮੈਂ ਉਹਨਾਂ ਦੀ ਜੋ ਵੀ ਹੈ ਖਬਰ ਲੈਣ ਜਾਣਾ, ਉਹ ਹੁਣ ਐਮਬੈਸੀ ਦੀ ਮਰਜ਼ੀ ਹੈ, ਵੀਜ਼ਾ ਦੇਵੇ ਨਾ ਦੇਵੇ। ਹੁਣ ਇਹ ਦੇਖਣਾ ਹੁੰਦਾ ਵੀ ਉੱਥੇ ਰਹਿ ਤਾਂ ਨਹੀਂ ਜਾਊਗਾ, ਮੁੜ ਕੇ ਵਾਪਸ ਆਉਣਗੇ ਇਹ। ਤੇ ਪਰ ਇਹੋ ਜਿਹੀ ਕੋਈ ਇਟਸੈਲਫ ਕੈਟਾਗਰੀ ਨਹੀਂ ਹੈਗੀ ਵੀ ਕਿਸੇ ਬਿਮਾਰ ਦੀ ਟੇਕ ਕੇਅਰ ਕਰਨ ਵਾਸਤੇ ਉੱਥੋਂ ਬੰਦਾ ਆ ਜਾਵੇ ਜੀ। ਅਗਲਾ ਸਵਾਲ ਹੈ ਜੀ, ਟੂਰਿਸਟ ਵੀਜ਼ਾ ਜਿਹੜਾ ਅਮਰੀਕਾ ਲਈ ਉਹ ਕਦੋਂ ਸ਼ੁਰੂ ਹੋਵੇਗਾ? ਨਹੀਂ, ਟੂਰਿਸਟ ਵੀਜ਼ਾ ਦਾ ਕੋਈ ਬੈਨ ਨਹੀਂ ਲੱਗਿਆ, ਉਹ ਤਾਂ ਅੱਜ ਵੀ ਸ਼ੁਰੂ ਆ। ਪਰ ਇਹ ਆ ਵੀ ਐਮਬੈਸੀ ਕੋਲ ਟਾਈਮ ਹੈ ਨਹੀਂ, ਐਮਬੈਸੀ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਅਪਾਇੰਟਮੈਂਟਾਂ ਨਹੀਂ ਦੇ ਰਹੇ। ਤੇ ਜਦੋਂ ਵੀ ਮੇਰਾ ਖਿਆਲ ਆ ਅਪਾਇੰਟਮੈਂਟ ਲੈਣ ਦੀ ਟਰਾਈ ਕੀਤੀ ਜਾ ਸਕਦੀ, ਜੇ ਮਿਲ ਜਵੇ, ਨਹੀਂ ਮਿਲੂਗੀ ਤਾਂ ਜਦੋਂ ਵੀ ਇਹ ਸ਼ੁਰੂ ਹੋ ਗਿਆ ਜੀ ਤੇ ਕਰੋਨਾ ਦਾ ਜਦੋਂ ਜਿਹੜਾ ਹੈਗਾ ਪ੍ਰਕੋਪ ਘਟਿਆ ਅਗਲੇ ਸਾਲ ਜੀ, ਮੈਨੂੰ ਲੱਗਦਾ ਕਿ ਇਹ ਸ਼ੁਰੂ ਹੋ ਜਾਊਗਾ। ਪਰ ਇਸ ਕੈਟਾਗਰੀ ਤੇ ਬੈਨ ਨਹੀਂ ਹੈਗਾ ਤੇ ਹੁਣ ਵੀ ਅਪਲਾਈ ਕੀਤਾ ਜਾ। ਜਿਹੜਾ ਬੈਨ ਬੇਸਿਕਲੀ ਉਹ H1 ਤੇ ਆ, ਜਾਂ ਜਿਹੜੇ ਸਟੂਡੈਂਟ ਵੀਜ਼ੇ ਹੈਗੇ ਉਹਨਾਂ ਤੇ ਆ, ਜਾਂ L ਵੀਜ਼ੇ ਤੇ ਜਾਂ J ਤੇ ਆ, ਇਹ ਤੇ ਬੈਨ ਨਹੀਂ ਹੈਗਾ। ਟਰਾਈ ਹੁਣ ਵੀ ਕਰ ਸਕਦੇ ਜੀ। ਦੋਸਤੋ, ਤੁਸੀਂ ਅੱਜ ਸਵਾਲ ਜਵਾਬ ਸੁਣੇ ਆ, ਬਹੁਤ ਸਾਰੀ ਇਮੀਗ੍ਰੇਸ਼ਨ ਬਾਬਤ ਜਿਹੜੀਆਂ ਗੱਲਾਂ ਬਾਤਾਂ ਉਹ ਅਸੀਂ ਕੀਤੀਆਂ, ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ। ਹੋਰ ਵੀ ਬਹੁਤ ਸਾਰੇ ਸਾਡੇ ਦਰਸ਼ਕ ਆ ਜਿਹੜੇ ਇਸ ਵੇਲੇ TV ਚੈਨਲ ਦੇਖ ਰਹੇ ਆ, ਜਾਂ ਸਾਡਾ YouTube ਚੈਨਲ ਦੇਖ ਰਹੇ ਆ, ਜਾਂ Facebook ਚੈਨਲ ਦੇਖ ਰਹੇ, ਜਾਂ ਹੋਰ ਵੀ ਸਾਡੇ Instagram ਜਿਹੜੇ ਹੋਰ ਵੀ ਹੈਗੇ ਆ, ਕਿਤੇ ਵੀ ਤੁਸੀਂ ਆਪਣਾ ਸਵਾਲ ਆਪਣਾ ਲਿਖ ਸਕਦੇ ਹੋ। ਅਸੀਂ ਅਗਲੇ ਐਪੀਸੋਡ ਵਿੱਚ ਤੁਹਾਡੇ ਇਮੀਗ੍ਰੇਸ਼ਨ ਬਾਬਤ ਜਿਹੜਾ ਸਵਾਲ ਹੋਊਗਾ ਉਹ ਉਸਤਾਦ ਜਸਪ੍ਰੀਤ ਸਿੰਘ ਅਟੋਰਨੀ ਹੋਣਾ ਕੋਲ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਦਾ ਫ਼ੋਨ ਨੰਬਰ ਵੀ ਨੋਟ ਕਰ ਲਓ, 9179154142। ਇਹ ਨੰਬਰ ਸਾਡੀ ਸਕਰੀਨ 'ਤੇ ਵੀ ਲਿਖਿਆ, ਤੁਸੀਂ ਪੜ੍ਹਿਆ ਜਾ ਸਕਦਾ। ਜਸਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ।